ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੇ ਮਹੱਲਾ ਪੰਜਵਾਂ। ਛਾੜ ਸਿਆਣਪ ਬਹੁ ਚਤੁਰਾਏ, ਗੁਰਪੁਰੈ ਕੇ ਟੇਕ ਟਿਕਾਏ। ਛਾੜ ਸਿਆਣਪ ਬਹੁ ਚਤੁਰਾਏ, ਗੁਰਪੁਰੈ ਕੇ ਟੇਕ ਟਿਕਾਏ। ਦੁਖ ਬਿਨ ਸੇ ਸੁਖ ਹਰ ਗੁਣ ਗਾਏ, ਗੁਰਪੂਰਾ ਭੇਟਿਆ ਲਿਵ ਲਾਏ। ਰਹਾਉ ਹਰ ਕਾ ਨਾਮ ਦਿਓ, ਗੁਰ ਮੰਤਰ ਰੇ ਚੰਤ। ਆਨੰਦ ਪਏ ਗੁਰ ਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮ ਜਾਲ। ਕਹੋ ਨਾਨਕ ਗੁਰਪੂਰਾ ਪਾਇਆ, ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਕਹੋ ਨਾਨਕ ਗੁਰਪੂਰਾ ਪਾਇਆ, ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਸਾਹਿਬ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਚੋਜੀ ਪ੍ਰੀਤਮ, ਸਰਬੰਸ ਦਾਨੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਨੀਲੇ ਦੇ ਸ਼ਾਹ ਅਸਵਾਰ, ਦੁਸ਼ਟਾਂ ਦੇ ਸੰਘਾਰਕ, ਮਜ਼ਲੂਮਾਂ ਦੇ ਤਾਰਕ, ਨੀਵਿਆਂ ਨੂੰ ਉੱਚੇ ਕਰਨ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ, ਬੇਅੰਤ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪਾਵਨ ਹਾਜ਼ਰ ਨਾਜ਼ਰ ਪ੍ਰਤੱਖ ਜਗਦੀ ਜੋਤ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਕ ਮੁਕੱਦਸ ਚਰਨਾਂ ਦੀਆਂ ਹਾਜ਼ਰੀਆਂ ਸਮੂਹ ਜਗਿਆਸੂ ਜਨਾਂ ਨੂੰ ਬਖਸ਼ ਕਰਕੇ ਗਰੀਬ ਨਿਵਾਜ ਜੀ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤ ਸੰਗੀ ਜਨਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਵਿਖੇ ਆ ਕਰਕੇ ਨਤਮਸਤਕ ਹੋ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਸਰਵਣ ਅਤੇ ਗਾਇਨ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜਸ ਸਰਵਣ ਕਰਦਿਆਂ ਹੋਇਆਂ ਹੋਰ ਸਮਾਂ ਸਤਿਗੁਰਾਂ ਦੇ ਚਰਨਾਂ ਵਿਖੇ ਬਤੀਤ ਕਰਕੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨੇ ਦਾ ਯਤਨ ਕਰੀਏ ਜੀ। ਸਾਧ ਸੰਗਤ ਜੀਓ, ਅੱਜ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਦਾ ਜਨਮ ਦਿਨ ਹੈ ਤੇ ਦੂਸਰਾ ਦਿਹਾੜਾ ਹੈ ਅੱਜ ਸ੍ਰੀ ਚੌਪਈ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਵਸ ਹੈ। ਅੱਜ ਦੇ ਦਿਨ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਕੋਲ ਸਤਲੁਜ ਦਰਿਆ ਦੇ ਕਿਨਾਰੇ ਤੇ ਨੰਗਲ ਵਾਲਾ ਅਸਥਾਨ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਬਿਭੌਰ ਸਾਹਿਬ ਵਿਦਮਾਨ ਹੈ, ਚੌਪਈ ਸਾਹਿਬ ਜੀ ਦੀ ਸੰਪੂਰਨ ਰਚਨਾ ਕਰਨਾ ਕੀਤੀ ਹੈ। ਇਹ ਵੱਡੀ ਭਾਰੀ ਦਾਤ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੁਆਰਾ ਸਿੱਖ ਪੰਥ ਦੀ ਝੋਲੀ ਦੇ ਵਿੱਚ ਪਾਵਣਾ ਕੀਤੀ ਏ, ਸਾਡੇ ਸਾਰਿਆਂ ਦੇ ਉੱਪਰ ਬਖਸ਼ਿਸ਼ ਕੀਤੀ ਏ, ਜੋ ਸਾਨੂੰ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ। ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ
ਸਾਨੂੰ ਸ਼ਬਦ ਗੁਰੂ ਦੇ ਲੜ ਲਾਵਣਾ ਕੀਤਾ ਹੈ। ਸਾਡੀ ਟੇਕ, ਸਾਡੀ ਓਟ, ਸਾਡਾ ਭਰੋਸਾ, ਸਾਡਾ ਨਿਸ਼ਚਾ, ਸਾਡੀ ਮੰਗ, ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰਬਾਣੀ ਦੇ ਪਾਸੋਂ ਹੀ ਸਿਖਾਈਆਂ ਨੇ। ਗੁਰਸਿੱਖੋ, ਆਸ, ਭਰੋਸਾ, ਨਿਸ਼ਚਾ, ਟੇਕ ਤੇ ਓਟ ਗੁਰਬਾਣੀ ਦੀ ਰੱਖਣੀ, ਤੇ ਦਾਤਾਂ ਵੀ ਗੁਰਬਾਣੀ ਰਾਹੀਂ ਹੀ ਸਤਿਗੁਰੂ ਜੀ ਤੋਂ ਮੰਗਣੀਆਂ ਨੇ। ਸਾਧ ਸੰਗਤ ਜੀ, ਇਹ ਚੌਪਈ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਸਾਡੇ ਨਿਤਨੇਮ ਦੀ, ਗੁਰਸਿੱਖਾਂ ਦੇ ਨਿਤਨੇਮ ਦੀ, ਖਾਲਸਾ ਪੰਥ ਦੇ ਨਿਤਨੇਮ ਦੀ ਚੌਥੀ ਬਾਣੀ ਹੈ, ਜੋ ਕਿ ਬੇਨਤੀ ਰੂਪ ਰੱਖਿਆ ਵਾਸਤੇ ਬਾਣੀ ਹੈ, ਜਿਸ ਦੀ ਪ੍ਰਾਰੰਭਤਾ ਹੀ ਇਵੇਂ ਹੈ, ਹਮਰੀ ਕਰੋ ਹਾਥ ਦੈ ਰਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਮਹਾਰਾਜ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਸਾਡੀ ਰਖਵਾਲੀ ਕਰਨਾ ਕਰੋ। ਸਾਹਿਬ ਜੀ, ਕਿਰਪਾਲਤਾ ਕਰੋ, ਜਿੱਥੇ ਰਖਵਾਲੀ ਕਰਨੀ ਹੈ ਹੋਰ ਬਖਸ਼ਿਸ਼ ਕਰ ਦਿਓ, ਸਾਡੇ ਚਿੱਤ ਦੀਆਂ ਇੱਛਾਵਾਂ ਪੂਰੀਆਂ ਹੋ ਜਾਣ। ਹਜ਼ੂਰ ਕਿਰਪਾਲਤਾ ਕਰਕੇ ਪੁੱਛਦੇ, ਸਿੱਖਾ ਤੇਰੇ ਮਨ ਦੀ ਕੀ ਇੱਛਾ ਜੋ ਪੂਰੀ ਕਰਨੀ ਲੋਚਦਾ ਹੈ? ਤੇ ਫਿਰ ਇੱਛਾ ਬੇਨਤੀ ਰੂਪ ਵਿੱਚ ਕਥਨ ਕੀਤੀ ਗਈ ਹੈ। ਮਹਾਰਾਜ, ਇੱਛਾ ਇਹ ਹੈ, ਤਵ ਚਰਨਨ ਮਨ ਰਹਿ ਹਮਾਰਾ। ਸਾਡਾ ਜਿਹੜਾ ਹਿਰਦਾ ਹੈ ਨਾ, ਸਾਡਾ ਜਿਹੜਾ ਮਨ ਹੈ, ਇਹ ਆਪ ਜੀ ਦੀਆਂ ਮੁਬਾਰਕ ਚਰਨ ਕਮਲਾਂ ਵਿਖੇ ਹੀ ਲੱਗਾ ਰਵੇ। ਆਪਣਾ ਜਾਨ ਕਰੋ ਪ੍ਰਤਿਪਾਰਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਜਾਣ ਕਰਕੇ ਸਾਡੀ ਪ੍ਰਤ ਪਾਲਣਾ ਕਰਨਾ ਕਰੋ। ਇਸ ਪ੍ਰਕਾਰ ਜਿੱਥੇ ਇਸ ਅੰਮ੍ਰਿਤ ਬਾਣੀ ਦੇ ਅੰਦਰ ਬੇਨਤੀਆਂ ਰਖਵਾਲੀ ਵਾਸਤੇ ਨੇ, ਨਾਮ ਦੀ ਦਾਤ ਵਾਸਤੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਰਜਣਾ ਦੇ ਪ੍ਰਥਾਈ ਵੀ ਬਚਨ ਨੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ। ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਸਮਾਂ ਪਾ ਕਰਕੇ ਬ੍ਰਹਮਾ ਜੀ ਨੇ ਅਵਤਾਰ ਧਾਰਨਾ ਕੀਤਾ ਹੈ। ਵਾਹਿਗੁਰੂ ਜੀ ਦੇ ਹੁਕਮ ਨੂੰ ਪਾ ਕਰਕੇ ਸਮੇਂ ਦੇ ਅਨੁਸਾਰ ਮਹਾਦੇਵ ਨੇ ਅਵਤਾਰ ਧਾਰਨਾ ਕੀਤਾ ਹੈ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਸਮਾਂ ਪਾ ਕਰਕੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਵਿਸ਼ਨੂੰ ਜੀ ਨੇ ਅਵਤਾਰ ਧਾਰਨਾ ਕੀਤਾ ਹੈ। ਇਹ ਸਾਰਾ ਜਿਹੜਾ ਤਮਾਸ਼ਾ ਹੈ, ਸਾਰੀ ਅਸਚਰਜ ਖੇਡ ਹੈ ਨਾ ਵਿਡਾਣੀ ਸੰਸਾਰ ਰੂਪੀ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਹੈ। ਇਸੇ ਪ੍ਰਕਾਰ ਵਾਹਿਗੁਰੂ ਜੀ ਦੀ ਉਸਤਤ ਵੀ ਹੈ, ਨਿਰੰਕਾਰ, ਨਿਰਵਿਕਾਰ, ਨਿਰਲੰਭ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨਿਰੰਕਾਰ ਨੇ, ਨਿਰ ਆਕਾਰ, ਉਹ ਆਕਾਰ ਤੋਂ ਵੀ ਰਹਿਤ ਨੇ। ਨਿਰਬੇਕਾਰ, ਵਾਹਿਗੁਰੂ ਜੀ ਦੇ ਵਿੱਚ ਕੋਈ ਵਿਕਾਰ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਵਿਕਾਰਾਂ ਤੋਂ ਵੀ ਰਹਿਤ ਨੇ। ਵਾਹਿਗੁਰੂ ਜੀ ਨਿਰਲੰਭ, ਅਲੰਭ ਨਾਮ ਆਸਰੇ ਦਾ, ਨਿਰਲੰਭ ਆਸਰੇ ਤੋਂ ਰਹਿਤ। ਵਾਹਿਗੁਰੂ ਜੀ ਆਪ ਸਭਨਾਂ ਦਾ ਆਸਰਾ ਨੇ, ਪਰ ਵਾਹਿਗੁਰੂ ਜੀ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਵਾਹਿਗੁਰੂ ਜੀ ਨਿਰ ਆਸਰੇ ਨੇ। ਆਦਿ ਅਨੀਲ ਅਨਾਦ ਅਸੰਭ, ਆਦ ਸਭਨਾਂ ਦਾ ਮੁੱਢ ਰੂਪ ਨੇ। ਇਸੇ ਪ੍ਰਕਾਰ ਉਜਲ ਰੂਪ ਨੇ। ਆਦ ਅਨੀਲ ਉਜਲ ਰੂਪ ਨੇ। ਅਨਾਦ, ਜਿਨ੍ਹਾਂ ਦਾ ਕੋਈ ਆਦ ਅੰਤ ਨਹੀਂ ਜਾਣਿਆ ਜਾਂਦਾ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਜੀ ਦੇ ਅੰਦਰ ਕਥਨ ਕਰਨਾ ਕੀਤਾ ਹੈ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸ਼ਸਤਰਧਾਰੀ ਜਣਾ ਕਰਕੇ ਤੇ ਬੇਨਤੀ ਕਰਨਾ ਕੀਤੀ ਹੈ, ਖੜਗ ਕੇਤ ਮੈਂ ਸਰਨ ਤਿਹਾਰੀ। ਖੜਗ ਤੋਂ ਭਾਵ ਹੈ ਸ੍ਰੀ ਸਾਹਿਬ ਅਥਵਾ ਤਲਵਾਰ। ਹੇ ਸ਼ਸਤਰ ਦੇ ਧਾਰਨ ਵਾਲੇ, ਸ੍ਰੀ ਸਾਹਿਬ ਜੀ ਦੇ ਧਾਰਨ ਵਾਲੇ, ਕਿਰਪਾਨ ਦੇ ਧਾਰਨ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ। ਆਪ ਹੱਥ ਦਾ ਲੈ ਹੋ ਉਬਾਰੀ। ਕਿਰਪਾਲਤਾ ਕਰਕੇ ਸਾਨੂੰ ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਸੰਸਾਰ ਸਾਗਰ ਚੋਂ ਕੱਢ ਲੈਣਾ ਕਰੋ। ਇਸੇ ਪ੍ਰਕਾਰ ਸਾਧ ਸੰਗਤ ਜੀ, ਦੁਨੀਆ ਦੇ ਅੰਦਰ ਰਹਿੰਦਿਆਂ ਮਨੁੱਖ ਦੇ ਹਿਰਦੇ ਦੇ ਅੰਦਰ ਵੱਡਾ ਡਰ ਜਿਹੜਾ ਮੌਤ ਦਾ ਬਣਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਨੇ ਇਸੇ ਹੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਫਰਮਾ ਦੇਣਾ ਕੀਤੇ ਨੇ, ਮਰਨ ਕਾਲ ਕਾ ਤਰਾਸ ਨਿਵਰੀਐ। ਨਿਤਾ ਪ੍ਰਤੀ ਗੁਰਸਿੱਖ ਦੀ ਬੇਨਤੀ ਹੀ ਬਣਾ ਦਿੱਤੀ, ਸੱਚੇ ਪਾਤਸ਼ਾਹ ਕਿਰਪਾਲਤਾ ਕਰੋ, ਮੌਤ ਦੇ ਸਮੇਂ ਦਾ ਡਰ ਹੀ ਨਿਵਰਤ ਕਰ ਦਿਓ। ਮੌਤ ਦਾ, ਮੌਤ ਦੇ ਕਾਲ ਦਾ, ਮੌਤ ਦੇ ਸਮੇਂ ਦਾ ਕੋਈ ਡਰ ਹੀ ਨਾ ਰਹਿ ਜਾਵੇ। ਇਸ ਪ੍ਰਕਾਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਿਸ਼ਚਾ ਵੀ ਜਨਾਵਣਾ ਕੀਤਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਅਸੀਂ ਕੇਵਲ ਤਾਂ ਕੇਵਲ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਕਰਦੇ ਹਾਂ, ਕਿਸੇ ਦੂਸਰੇ ਦੀ ਨਹੀਂ।
ਜਿੱਥੇ ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦਾ ਲੇਹ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸਤ ਦੋਖ ਤੇ ਲੇਹ ਬਚਾਈ। ਬਚਨ ਕਹੇ ਨੇ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਇਸੇ ਪ੍ਰਕਾਰ ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਕੋ ਸ਼ਹਿ ਕਰਤਾ। ਇਹ ਗੁਰਬਾਣੀ ਪੜ੍ਹਨੇ ਦਾ ਮਹਾਤਮ ਹੈ। ਸਾਰੇ ਦੁਸ਼ਟਾਂ ਦਾ, ਦੋਖਾਂ ਦਾ, ਦੋਸ਼ਾਂ ਦਾ, ਕਲੇਸ਼ਾਂ ਦਾ, ਵਿਘਨਾਂ ਦਾ ਤੇ ਵੈਰੀਆਂ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਬੜੇ ਸੂਖਸ਼ਮ ਭੇਦ ਗੁਰਬਾਣੀ ਦੇ ਅੰਦਰ ਕਥਨ ਕਰਨਾ ਕੀਤੇ ਨੇ। ਵਾਹਿਗੁਰੂ ਜੀ ਦੀ ਉਸਤਤ ਨੂੰ ਕਥਨ ਕਰਦਿਆਂ ਆਪ ਜੀ ਬਚਨ ਕਰਨਾ ਕਰਦੇ ਨੇ, ਵਾਹਿਗੁਰੂ ਜੀ ਤੁਹਾਨੂੰ ਕਦੇ ਕੋਈ ਦੁਖੀ ਨਹੀਂ ਕਰ ਸਕਦਾ, ਕਦੇ ਕੋਈ ਪਰੇਸ਼ਾਨ ਨਹੀਂ ਕਰ ਸਕਦਾ। ਪਰ ਜਦੋਂ ਆਪ ਜੀ ਦੇ ਸੰਤ ਜਨ ਮਹਾਤਮਾ ਨੂੰ ਕੋਈ ਦੁਖੀ ਕਰੇ ਤੇ ਉਹਨਾਂ ਦਾ ਦੁੱਖ ਦੇਖ ਕਰਕੇ ਆਪ ਜੀ ਦੁਖੀ ਹੋ ਜਾਂਦੇ ਹੋ, ਤੇ ਆਪ ਜੀ ਦੇ ਸੰਤ ਜਨਾਂ ਨੂੰ ਕੋਈ ਸੁਖ ਦੇਵੇ ਤੇ ਉਹਨਾਂ ਨੂੰ ਸੁਖੀ ਦੇਖ ਕਰਕੇ ਵਾਹਿਗੁਰੂ ਜੀ ਆਪ ਜੀ ਸੁਖੀ ਹੋ ਜਾਂਦੇ ਹੋ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦਾ ਸੁਭਾਅ, ਵਾਹਿਗੁਰੂ ਜੀ ਦੇ ਪਰ ਉਪਕਾਰ, ਵਾਹਿਗੁਰੂ ਜੀ ਦੀ ਸ਼ਰਨ, ਵਾਹਿਗੁਰੂ ਜੀ ਦੇ ਉੱਪਰ ਨਿਸ਼ਚਾ, ਬੇਅੰਤ ਪੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੀ ਗੁਰਬਾਣੀ ਦੇ ਅੰਦਰ ਸਾਧ ਸੰਗਤ ਜੀ ਪਰੋਸ ਕਰਕੇ ਸਾਨੂੰ ਐਸੀ ਗੁਰਬਾਣੀ ਦੇ ਲੜ ਲਾਵਣਾ ਕੀਤਾ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣਾ ਨਿਸ਼ਚਾ ਵੀ ਜਣਾਵਣਾ ਕੀਤਾ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ ਨਾ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹੈ ਹਮ ਏਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨਿਓ। ਬੜੇ ਮਤ ਨੇ, ਬੜੇ ਵੇਦ ਨੇ, ਪੁਰਾਣ ਨੇ, ਸ਼ਾਸਤਰ ਨੇ, ਧਾਰਮਿਕ ਗ੍ਰੰਥ ਨੇ, ਰਾਮ ਜੀ ਦੇ ਉਪਦੇਸ਼ ਨੇ, ਰਹੀਮ ਜੀ ਦੇ ਉਪਦੇਸ਼ ਨੇ, ਇਸੇ ਪ੍ਰਕਾਰ ਸਿਮਰਤੀਆਂ ਨੇ, ਸ਼ਾਸਤਰ ਨੇ, ਬੇਅੰਤ ਗ੍ਰੰਥਾਂ ਦੇ ਵਿੱਚ ਮਹਾਰਾਜ ਬੇਅੰਤ ਮਤ ਕਥਨ ਕੀਤੇ ਨੇ, ਪਰ ਅਸੀਂ ਕਿਸੇ ਨੂੰ ਵੀ ਨਹੀਂ ਜਾਣਦੇ। ਕੇਵਲ ਤਾਂ ਕੇਵਲ ਆਪ ਜੀ ਦੇ ਚਰਨ ਜਦੋਂ ਤੋਂ ਪਕੜੇ ਨੇ, ਕਿਸੇ ਦੂਸਰੇ ਨੂੰ ਤੇ ਅੱਖ ਥੱਲੇ ਵੀ ਨਹੀਂ ਲਿਆਵਣਾ ਕੀਤਾ। ਇਸੇ ਪ੍ਰਕਾਰ ਕਲਗੀਧਰ ਸਾਹਿਬ ਜੀ ਦੋਹਰੇ ਦੇ ਅੰਦਰ ਵੀ ਫਰਮਾਨ ਕਰਦੇ ਨੇ ਨਾ, ਸਭਨਾਂ ਨੂੰ ਜ਼ੁਬਾਨੀ ਕੰਠ ਹੋਵੇਗਾ, ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਵਾਹਿਗੁਰੂ ਜੀ ਸਾਰਿਆਂ ਦੁਆਰਿਆਂ ਦੀ ਟੇਕ ਛੱਡ ਕੇ ਆਪ ਜੀ ਦੇ ਦਰ ਦਾ ਆਸਰਾ ਪਕੜਿਆ ਹੈ। ਬਾਹੀ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਮਹਾਰਾਜ ਸਾਡੀ ਬਾਂਹ ਫੜੀ ਦੀ ਲੱਜਾ ਰੱਖ ਲਓ, ਅਸੀਂ ਆਪ ਜੀ ਦੇ ਦਾਸ ਹਾਂ, ਆਪ ਜੀ ਦੀ ਸ਼ਰਨ ਪਏ ਹਾਂ, ਮਹਾਰਾਜ ਸ਼ਰਨ ਪਿਆਂ ਦੀ ਲੱਜਾ ਰੱਖ ਲੈਣਾ ਕਰੋ ਜੀ। ਇਹ ਅੰਮ੍ਰਿਤ ਬਾਣੀ ਬਹੁ ਪੱਖੀ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਚੀਏ ਤੇ ਗਰੀਬ ਨਿਵਾਜ ਸਾਹਿਬ ਜੀ ਨੇ ਗੁਰਬਾਣੀ ਦਾ ਮਹਾਤਮ ਵੀ ਦੱਸਣਾ ਕੀਤਾ ਹੈ। ਸੁਨੈ ਗੁੰਗ ਜੋ ਯਾਹੇ, ਜਿਹੜਾ ਕੋਈ ਗੁੰਗਾ ਵੀ ਇਸ ਗੁਰਬਾਣੀ ਨੂੰ ਸੁਣ ਲਵੇ ਨਾ, ਸੋ ਰਸਨਾ ਪਾਵਈ, ਉਸ ਨੂੰ ਜ਼ੁਬਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਜਿਸ ਦੇ ਪਾਸ ਪ੍ਰਤੱਖ ਜ਼ੁਬਾਨ ਨਹੀਂ ਹੈ, ਉਸ ਗੁੰਗੇ ਨੂੰ ਨਿਤਾ ਪ੍ਰਤੀ ਗੁਰਬਾਣੀ ਸੁਣਾਉਣੀ ਸ਼ੁਰੂ ਕਰ ਦਿਓ, ਜ਼ੁਬਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਦੇ ਪਾਸ ਸ਼ਰਧਾ ਰੂਪੀ, ਪਿਆਰ ਰੂਪੀ ਜ਼ੁਬਾਨ ਨਹੀਂ ਹੈ, ਉਹਨਾਂ ਨੂੰ ਸੁਣਾਉਣਾ ਸ਼ੁਰੂ ਕਰ ਦਿਓ, ਉਹਨਾਂ ਦੇ ਹਿਰਦੇ ਦੇ ਅੰਦਰ ਸ਼ਰਧਾ ਤੇ ਪ੍ਰੀਤ ਪੈਦਾ ਹੋ ਜਾਵੇਗੀ। ਸੁਨੈ ਮੂੜ ਚਿਤ ਲਾਏ, ਚਤੁਰਤਾ ਆਵਈ। ਜੇ ਮੂੜ ਬੰਦਾ, ਮੂਰਖ ਬੰਦਾ ਵੀ ਇਸ ਗੁਰਬਾਣੀ ਨੂੰ ਚਿੱਤ ਲਾ ਕਰਕੇ ਸੁਣ ਲਵੇ ਨਾ, ਤੇ ਸਮਝਦਾਰੀ ਆ ਜਾਵੇਗੀ, ਚਤੁਰਤਾ ਆ ਜਾਵੇਗੀ, ਸਿਆਣਪ ਆ ਜਾਵੇਗੀ। ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੈ, ਦੁੱਖ ਜਨ ਦਰਦ ਦਲਿੱਦਰ ਤਿੰਨਾਂ ਦੇ ਨੇੜੇ ਵੀ ਨਹੀਂ ਆਉਣਗੇ। ਕਿੰਨਾਂ ਦੇ? ਹੋ, ਇਹ ਚੌਪਈ ਦੀ ਅੜਿੱਲ ਦੀ ਚਾਲ ਹੈ। ਹੋ ਜੋ ਯਾ ਕੀ ਏਕ ਵਾਰ ਚੌਪਈ ਕੋ ਕਹੈ, ਜਿਹੜਾ ਇੱਕ ਵਾਰ ਵੀ ਸ਼ਰਧਾ ਪਿਆਰ ਤੇ ਭਰੋਸੇ ਦੇ ਨਾਲ ਇਸ ਚੌਪਈ ਸਾਹਿਬ ਜੀ ਦੀ ਗੁਰਬਾਣੀ ਨੂੰ ਪੜ੍ਹ ਲੈਣਾ ਕਰੇ, ਸੁਣ ਲੈਣਾ ਕਰੇ, ਇਤਨਾ ਵੱਡਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਇਹ ਮਹਾਤਮ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਗਰੀਬ ਨਿਵਾਜ ਜੀ ਨੇ ਆਪ ਕਥਨ ਕਰਨਾ ਕੀਤਾ ਹੈ। ਤੇ ਸਾਧ ਸੰਗਤ ਜੀ, ਅੱਜ ਦੇ ਦਿਨ ਇਹ ਗੁਰਬਾਣੀ ਸੰਪੂਰਨ ਸਤਿਗੁਰੂ ਜੀ ਨੇ ਕੀਤੀ। ਇਸ ਦਾ ਦ੍ਰਿਸ਼ਟਾਂਤ, ਇਸ ਦਾ ਪ੍ਰਮਾਣ ਵੀ ਕਲਗੀਧਰ ਸਾਹਿਬ ਜੀ ਆਪ ਹੀ ਫਰਮਾਉਂਦੇ ਨੇ। ਸੰਬਤ 17 ਸਹਿਸ ਭਣਿਜੈ। ਸੰਬਤ ਤੋਂ ਭਾਵ ਹੈ ਸੰਮਤ ਈਸਵੀ। ਜੋ ਸੰਮਤ ਬਿਕਰਮੀ ਚੱਲ ਰਹੀ ਏ, ਅੱਜ ਦੇ ਡੇਟ ਦੇ ਵਿੱਚ 2077 ਸੰਮਤ ਬਿਕਰਮੀ ਚੱਲ ਰਿਹਾ ਏ। ਜਿਵੇਂ ਈਸਵੀ 2020 ਚੱਲ ਰਹੀ ਹੈ ਨਾ, 2020 ਕਹਿ ਲਈਏ, 2020 ਕਹਿ ਲਈਏ,
ਤੇ ਜਿਹੜਾ ਸੰਮਤ ਬਿਕਰਮੀ ਸਾਲ ਏ ਇਹ ਈਸਵੀ ਦੇ ਨਾਲੋਂ 57 ਸਾਲ ਅੱਗੇ ਚੱਲਦਾ ਏ। ਈਸਵੀ ਚੱਲ ਰਹੀ ਏ 2020 ਤੇ ਸੰਮਤ ਬਿਕਰਮੀ ਚੱਲ ਰਿਹਾ ਏ 2077। ਤੇ ਹਜ਼ੂਰ ਜਦੋਂ ਇਸ ਗੁਰਬਾਣੀ ਨੂੰ ਰਚਨਾ ਕਰਦੇ ਨੇ ਉਦੋਂ ਜਿਹੜਾ ਸੰਮਤ ਚੱਲਦਾ ਸੀ, ਹਜ਼ੂਰ ਨੇ ਲਿਖਣਾ ਕੀਤਾ ਸੰਬਤ 17 ਸਹਿਸ ਭਣਿਜੈ, ਕਿ 1700 ਸੰਬਤ ਈਸਵੀ ਕਹੀ ਜਾਂਦੀ ਏ। ਅਰਧ ਸਹਿਸ, ਅਰਧ ਹੁੰਦਾ ਅੱਧਾ ਤੇ ਸਹਿਸ ਹੁੰਦਾ ਸੈਂਕੜਾ, ਅੱਧਾ ਸੈਂਕੜਾ ਭਾਵ ਕਿ 50 ਸਾਲ ਉੱਪਰ। ਫੁਨ 3 ਇੱਕ ਹਿਜੈ, ਅੱਧਾ ਸੈਂਕੜਾ 50 ਸਾਲ ਉੱਪਰ ਤੇ 3 ਸਾਲ ਉੱਪਰ ਹੋਰ ਕਹੇ ਜਾਂਦੇ ਨੇ। 50 ਤੇ 3 53 ਭਾਵ 1753 ਸੰਮਤ ਬਿਕਰਮੀ। ਭਾਦਰਵ ਸੁਦੀ ਅਸ਼ਟਮੀ, ਹਜ਼ੂਰ ਫਰਮਾਉਂਦੇ ਨੇ ਭਾਦਰੋਂ ਦਾ ਮਹੀਨਾ ਹੈ, ਸੁਦੀ ਚਾਨਣਾ ਪੱਖ ਹੈ ਤੇ ਅਸ਼ਟਮੀ ਦਾ ਦਿਨ ਹੈ, ਰਵਿਵਾਰਾ ਐਤਵਾਰ ਦਾ ਦਿਨ ਹੈ। ਤੀਰ ਸਤੁਦਰਵ ਗ੍ਰੰਥ ਸੁਧਾਰਾ, ਜਿਸ ਦਿਨ ਸਤੁਦਰਵ ਸਤਲੁਜ ਦਰਿਆ ਦੇ ਕੰਢੇ ਤੇ ਇਹ ਚੌਪਾਈ ਸਾਹਿਬ ਜੀ ਨਾਮ ਦਾ ਗ੍ਰੰਥ ਜਿਹੜਾ ਸੁਧਾਰ ਕਰਕੇ ਰਚਨਾ ਕੀਤਾ ਹੈ। ਤੇ ਸਾਧ ਸੰਗਤ ਜੀ ਅੱਜ ਭਾਦਰੋਂ ਦਾ ਮਹੀਨਾ ਹੈ ਤੇ ਸੁਦੀ ਪੱਖ ਦਾ ਅਸ਼ਟਮੀ ਦਾ ਦਿਨ ਹੈ। ਵਦੀ ਤੇ ਸੁਦੀ ਦੋ ਪੱਖ ਹੋਇਆ ਕਰਦੇ ਨੇ ਨਾ, ਇਹਨਾਂ ਦਾ ਸਾਧ ਸੰਗਤ ਜੀ ਜਿਹੜਾ ਸੰਬੰਧ ਹੈ ਉਹ ਚੰਦਰਮਾ ਦੇ ਨਾਲ ਹੋਇਆ ਕਰਦਾ ਹੈ। ਜਦੋਂ ਮੱਸਿਆ ਹੁੰਦੀ ਏ, ਮੱਸਿਆ ਵਾਲੇ ਦਿਨ ਤੋਂ ਫਿਰ ਏਕਮ ਸ਼ੁਰੂ ਹੁੰਦੀ ਹੈ। ਏਕਮ, ਦੂਜ, ਤੀਜ, ਚੌਥ, ਪੰਚਮੀ, ਛਠਵੀਂ, ਇਸੇ ਪ੍ਰਕਾਰ ਸਪਤਮੀ ਤੇ ਅਸ਼ਟਮੀ। ਅੱਜ ਅਸ਼ਟਮੀ ਦਾ ਦਿਨ ਹੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਐਤਵਾਰ ਸੀ ਉਦੋਂ ਦਿਨ ਜਦੋਂ ਇਹ ਬਾਣੀ ਰਚੀ ਗਈ। ਮੱਸਿਆ ਦੇ ਦਿਨ ਤੋਂ ਜਦੋਂ ਪੂਰਨਮਾਸ਼ੀ ਵੱਲ ਨੂੰ ਚੰਦਰਮਾ ਵੱਧਦਾ, ਦਿਨ ਵੱਧਦਾ, ਇਸ ਨੂੰ ਚਾਨਣਾ ਪੱਖ ਕਿਹਾ ਜਾਂਦਾ ਹੈ, ਇਸ ਨੂੰ ਸੁਦੀ ਪੱਖ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਪੂਰਨਮਾਸ਼ੀ ਹੁੰਦੀ ਹੈ, ਪੂਰਨਮਾਸ਼ੀ ਤੋਂ ਅੱਗੇ ਫਿਰ ਏਕਮ, ਦੂਜ, ਤੀਜ, ਉਹ ਹਨੇਰਾ ਪੱਖ, ਵਦੀ ਪੱਖ ਸ਼ੁਰੂ ਹੁੰਦਾ ਹੈ, ਉਸ ਨੂੰ ਵਦੀ ਕਿਹਾ ਜਾਂਦਾ ਹੈ। ਪੂਰਨਮਾਸ਼ੀ ਤੋਂ ਬਾਅਦ ਮੱਸਿਆ ਤੱਕ ਵਦੀ ਪੱਖ, ਹਨੇਰਾ ਪੱਖ, ਤੇ ਮੱਸਿਆ ਤੋਂ ਪੂਰਨਮਾਸ਼ੀ ਤੱਕ ਦਾ ਜਿਹੜਾ ਪੱਖ ਹੈ ਉਹ ਸੁਦੀ ਪੱਖ, ਚਾਨਣਾ ਪੱਖ ਹੁੰਦਾ ਹੈ। ਚਾਨਣੇ ਪੱਖ ਵਾਲੇ ਦਿਨ, ਐਤਵਾਰ ਵਾਲੇ ਦਿਨ 1753 ਸੰਮਤ ਬਿਕਰਮੀ ਨੂੰ ਭਾਦਰੋਂ ਦੇ ਮਹੀਨੇ ਦੇ ਅਸ਼ਟਮੀ ਵਾਲੇ ਦਿਨ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚੌਪਈ ਸਾਹਿਬ ਜੀ ਦੀ ਗੁਰਬਾਣੀ ਨੂੰ ਬਿਭੌਰ ਸਾਹਿਬ ਵਾਲੇ ਅਸਥਾਨ ਤੇ ਸੰਪੂਰਨ ਕਰਨਾ ਕੀਤਾ ਸੀ ਇਸ ਪਾਵਨ ਗ੍ਰੰਥ ਨੂੰ। ਤੇ ਅੱਜ ਚੌਪਈ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਵਸ ਹੈ। ਐਸੀ ਅੰਮ੍ਰਿਤ ਬਾਣੀ, ਰੱਖਿਆ ਵਾਲੀ ਬਾਣੀ, ਅੰਮ੍ਰਿਤ ਵੇਲੇ ਦੀ ਬਾਣੀ, ਅੰਮ੍ਰਿਤ ਬਾਣੀ, ਅੰਮ੍ਰਿਤ ਤਿਆਰ ਕਰਨੇ ਦੀ ਗੁਰਬਾਣੀ, ਸਰਬਤ ਜੀਵਾਂ ਦੀ ਰਖਵਾਲੀ ਕਰਨੇ ਵਾਲੀ ਬਾਣੀ, ਆਸਾ ਮੁਰਾਦਾਂ ਪੂਰੀਆਂ ਕਰਨੇ ਵਾਲੀ ਗੁਰਬਾਣੀ ਦੀ ਅੱਜ ਦੇ ਦਿਨ ਰਚਨਾ ਹੋਈ। ਤੇ ਸਮੂਹ ਸੰਗਤ ਨੂੰ ਚੌਪਈ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਦੀ ਬੇਅੰਤ 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 ਵਧਾਈ ਹੋਵੇ। ਬੇਅੰਤ ਗੁਰਸਿੱਖ ਚੌਪਈ ਸਾਹਿਬ ਜੀ ਦੇ 5 ਪਾਠ, 11 ਪਾਠ, 25 ਪਾਠ, 51 ਪਾਠ, 101 ਪਾਠ ਤੇ ਇਸ ਤੋਂ ਵੀ ਜ਼ਿਆਦਾ ਪਾਠ ਰੋਜ਼ਾਨਾ ਨਿਤਨੇਮ ਵਜੋਂ ਕਰਦੇ ਨੇ, 5 ਬਾਣੀਆਂ ਦੇ ਨਿਤਨੇਮ ਤੋਂ ਇਲਾਵਾ। ਤੇ ਐਸੇ ਵੀ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਚੌਪਈ ਸਾਹਿਬ ਜੀ ਦੇ ਪਾਠ ਕਰ ਕਰਕੇ ਕਲਗੀਧਰ ਸਾਹਿਬ ਜੀ ਦੀ ਇਤਨੀ ਪ੍ਰਸੰਨਤਾ ਲਈ ਕਿ ਕਲਗੀਧਰ ਸਾਹਿਬ ਜੀ ਦੇ ਪ੍ਰਤੱਖ ਤਿਨਾਂ ਨੂੰ ਦੀਦਾਰ ਹੋਏ। ਇਸੇ ਪ੍ਰਕਾਰ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਵਿੱਚ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਜਦੋਂ ਸਿੰਘਾਂ ਤੇ ਭੀੜਾ ਦਾ ਸਮਾਂ ਬਣਨਾ ਨਾ, ਤੇ ਮਹਾਂਪੁਰਖ ਅਕਸਰ ਚੌਪਈ ਸਾਹਿਬ ਜੀ ਦੇ ਪਾਠ ਲਾਇਆ ਕਰਦੇ। ਜੁਝਾਰੂ ਸਿੰਘਾਂ ਨੂੰ ਘੇਰੇ ਪੈ ਜਾਣੇ, ਇਸੇ ਪ੍ਰਕਾਰ ਘੇਰਿਆਂ ਵਿੱਚ ਆ ਜਾਣਾ, ਮੁਕਾਬਲੇ ਹੋ ਜਾਣੇ, ਤੇ ਸਾਰੇ ਜਥੇ ਨੂੰ ਸੇਵਾ ਲਾਉਣੀ, ਸਿੰਘੋ ਚੌਪਈ ਸਾਹਿਬ ਜੀ ਦੇ ਪਾਠ ਕਰਕੇ ਅਰਦਾਸ ਕਰੋ। ਤੇ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਸਾਧ ਸੰਗਤ ਜੀ ਬੇਅੰਤ ਵਾਰ ਇਵੇਂ ਮੋਰਚੇ ਫਤਿਹ ਹੋਏ। ਤੇ ਜਿਹੜੇ ਸਿੰਘਾਂ ਦੇ ਉੱਪਰ ਪੁਲਿਸ ਨੂੰ ਸ਼ੱਕ ਹੋਣਾ, ਪੁਲਿਸ ਨੇ ਪਿੱਛਾ ਕਰਨਾ, ਤੇ ਬਾਬਾ ਜੀ ਨੇ ਬਚਨ ਕਰਨਾ ਕੀਤੇ 25 ਪਾਠ ਚੌਪਈ ਸਾਹਿਬ ਜੀ ਦੇ ਰੋਜ਼ ਕਰਕੇ ਅਰਦਾਸ ਕਰਿਆ ਕਰੋ, ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ। ਤੇ ਸਾਧ ਸੰਗਤ ਜੀ ਅੱਜ ਵੀ ਉਹ ਸਿੰਘ ਮੌਜੂਦ ਨੇ, ਅੱਜ ਵੀ ਮਹਾਂਪੁਰਖਾਂ ਦੇ ਬਚਨਾਂ ਦੇ ਅਨੁਸਾਰ 25 ਪਾਠ ਚੌਪਈ ਸਾਹਿਬ ਜੀ ਦੇ ਕਰਦੇ ਨੇ। ਅੱਜ ਤੱਕ ਕਦੇ ਹਕੂਮਤ ਉਹਨਾਂ ਨੂੰ ਹੱਥ ਵੀ ਨਹੀਂ ਲਾ ਸਕੀ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਇਹ ਪ੍ਰਤੱਖ ਕਲਾ ਵਰਤਦੀ ਹੈ। ਬਸ ਨਿਸ਼ਚਾ ਹੋਣਾ ਜ਼ਰੂਰੀ ਹੈ। ਨਿਸ਼ਚੇ ਦੇ ਸਹਿਤ ਸਤਿਗੁਰੂ ਜੀ ਦੀ ਗੁਰਬਾਣੀ ਨੂੰ ਪੜ੍ਹਨਾ ਕਰੀਏ ਤੇ ਫਿਰ ਪੂਰਨ ਹੋਏ ਚਿੱਤ ਕੀ ਇੱਛਾ। ਚਾਹੇ ਉਹ ਚਿੱਤ ਦੀ ਇੱਛਾ ਹਕੂਮਤ ਤੋਂ ਬਚਣ ਦੀ ਹੋਵੇ, ਚਾਹੇ ਪੰਥ ਦੀ ਸੇਵਾ ਕਰਨੇ ਦੀ ਹੋਵੇ, ਚਾਹੇ ਕਲਗੀਧਰ ਸਾਹਿਬ ਜੀ ਦੇ ਦੀਦਾਰਿਆਂ ਦੀ ਹੋਵੇ, ਚਾਹੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਦੀ ਮੰਗ ਹੋਵੇ, ਤੇ ਸਾਧ ਸੰਗਤ ਜੀ ਚਾਹੇ ਬ੍ਰਹਮ ਗਿਆਨ ਦੀ ਦਾਤ ਕਿਉਂ ਨਾ ਹੋਵੇ। ਜਿਹੜੀ ਵੀ ਭਾਵਨਾ ਸਤਿਗੁਰੂ ਨੂੰ ਜਿਹਾ ਕੋ ਇਸ਼ਦਾ ਤੇਹਾ ਫਲ ਪਾਏ ਕੋਏ।
ਮਹਾਰਾਜ ਗੁਰੂ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਭਾਵਨਾਵਾਂ ਪੂਰੀਆਂ ਕਰ ਦਿੰਦੇ ਨੇ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਅੱਜ ਦਾ ਦੂਸਰਾ ਦਿਹਾੜਾ, ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਨ ਹੈ। ਆਪ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਮਈਆ ਰਾਮ ਜੀ, ਆਪ ਜੀ ਦੀ ਮਾਤਾ ਜਿਨ੍ਹਾਂ ਦੀ ਪਵਿੱਤਰ ਕੁੱਖ ਨੂੰ ਆਪ ਜੀ ਨੇ ਭਾਗ ਲਾਉਣਾ ਕੀਤਾ ਹੈ, ਸੋਭਾ ਦੇਈ ਜੀ, ਲਾਹੌਰ ਦੇ ਵਿੱਚ ਖੱਤਰੀ ਘਰਾਣੇ ਦੇ ਵਿੱਚ ਆਪ ਜੀ ਦਾ ਅਵਤਾਰ ਹੋਇਆ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਨੇ, ਜੇ ਅਵਤਾਰ ਸ਼ਬਦ ਵੀ ਤਿੰਨਾਂ ਦੇ ਪਰਥਾਏ ਵਰਤ ਲਿਆ ਜਾਵੇ ਤੇ ਸਾਧ ਸੰਗਤ ਜੀ ਭਾਉਂਦਾ ਹੈ, ਸ਼ੋਭਨੀਕ ਹੈ, ਕਿੰਤੂ ਵਾਲੀ ਗੱਲ ਨਹੀਂ। 13 ਸਾਲ ਦੀ ਅਵਸਥਾ ਸੀ ਬਾਬਾ ਦਇਆ ਸਿੰਘ ਸਾਹਿਬ ਜੀ ਦੀ, ਜਿਸ ਵੇਲੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਨੇ। ਤੇ ਐਸਾ ਆਪ ਜੀ ਦਾ ਗੁਰੂ ਜੀ ਦੇ ਨਾਲ, ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਨਾਲ ਪਿਆਰ ਹੈ, ਸਾਰੀ ਜ਼ਿੰਦਗੀ ਆਪਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਬਤੀਤ ਕੀਤੀ ਹੈ। ਚਾਹੇ ਕੋਈ ਵੱਡੇ ਭਾਰੀ ਗੁਰਮਤੇ ਨੇ, ਚਾਹੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਪਤ ਮਸ਼ਵਰੇ ਨੇ, ਚਾਹੇ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਸਮਾਂ ਹੈ, ਕਲਗੀਧਰ ਸਾਹਿਬ ਜੀ ਦੇ ਨਾਦੀ ਵੀਰ ਸਪੁੱਤਰ ਭਾਈ ਦਇਆ ਸਿੰਘ ਸਾਹਿਬ ਜੀ ਬੇਅੰਤ ਸੂਰਮਿਆਂ ਵਾਂਗੂ ਮੋਰਲੀ ਕਤਾਰ ਦੇ ਵਿੱਚ ਹੋ ਕਰਕੇ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਨੇ। ਇੱਥੋਂ ਤੱਕ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੁਕਮ ਦੇ ਕਰਕੇ, ਸੇਵਾ ਦੇ ਕਰਕੇ ਭੇਜਿਆ ਹੈ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰ ਬੇਕਹੋ ਸਾਜਾ। ਜੋ ਕਲਗੀਧਰ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਪੁੱਤਰ ਦੀ ਉਪਾਧੀ ਲੈ ਕਰਕੇ ਮਾਤ ਲੋਕ ਦੇ ਉੱਪਰ ਗੁਰੂ ਸਰੂਪ ਦੇ ਅੰਦਰ, ਗੁਰੂ ਜੋਤ ਦੇ ਅੰਦਰ ਪ੍ਰਗਟ ਹੋਏ ਨੇ, ਤੇ ਪੰਥ ਨੂੰ ਆਪ ਜੀ ਨੇ ਪ੍ਰਗਟ ਕਰਨਾ ਹੈ। ਤੇ ਜਿਸ ਵੇਲੇ ਸਾਧ ਸੰਗਤ ਜੀ ਪੰਥ ਦੀ ਸਿਰਜਣਾ ਹੋਣੀ ਹੈ ਨਾ, ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਨੀਆ ਦੀ ਨਿਆਰੀ ਰੀਤੀ ਦੇ ਨਾਲ, ਦੁਨੀਆ ਤੋਂ ਨਿਆਰੀ ਰੀਤੀ ਦੇ ਨਾਲ ਪੰਥ ਦੀ ਸਿਰਜਣਾ ਕਰ ਰਹੇ ਨੇ। ਕੇਸਗੜ੍ਹ ਸੀਸ ਅਸੀਂ ਮੰਗੇ, ਨਿਤਰੇ ਸੀ ਪੰਜ ਪਤੰਗੇ, ਮਰਨੋ ਜੋ ਮੂਲ ਨਾ ਸੰਗੇ, ਸਿਦਕੀ ਵਣਜਾਰੇ ਸੀ, ਅੰਮ੍ਰਿਤ ਛਕ ਰੁਤਬੇ ਲੈ ਗਏ, ਪੰਜ ਪਿਆਰੇ ਸੀ, ਆਪੇ ਗੁਰ ਚੇਲਾ ਬਣਿਆ। ਤੇ ਕਵੀ ਦਾਨ ਸਿੰਘ ਜੀ ਕੋਮਲ ਲਿਖਣਾ ਕਰਦੇ ਨੇ, ਜਿਸ ਵੇਲੇ ਕਲਗੀਧਰ ਸਾਹਿਬ ਜੀ ਨੇ ਸੀਸ ਮੰਗੇ ਨਾ, ਪ੍ਰਸੰਗ ਬੜਾ ਵਿਸ਼ਾਲ ਹੈ। ਆਪ ਸਾਰਿਆਂ ਨੇ ਬੇਅੰਤ ਵਾਰ ਸਰਵਣ ਕੀਤਾ ਹੋਵੇਗਾ ਤੇ ਸਾਰੇ ਪ੍ਰਸੰਗ ਤੋਂ ਜਾਣੂ ਹੋ, ਇਸ ਕਰਕੇ ਪ੍ਰਸੰਗ ਨਹੀਂ ਸਰਵਣ ਕਰਵਾਇਆ ਜਾ ਰਿਹਾ। ਕੇਵਲ ਤਾਂ ਕੇਵਲ ਪੰਛੀ ਝਾਤ ਪਾਈ ਜਾ ਰਹੀ ਹੈ ਬਾਬਾ ਦਇਆ ਸਿੰਘ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਸਤੇ, ਸ਼ਰਧਾਂਜਲੀ ਭੇਟ ਕਰਨ ਵਾਸਤੇ। ਪ੍ਰਸੰਗ ਨਹੀਂ ਸਰਵਣ ਕਰਾਇਆ ਜਾ ਰਿਹਾ, ਸਿਰਫ ਪੰਛੀ ਝਾਤ। ਕਵੀ ਦਾਨ ਸਿੰਘ ਜੀ ਲਿਖਣਾ ਕਰਦੇ ਨੇ, ਕਲਗੀਧਰ ਸਾਹਿਬ ਜੀ ਨੇ ਜਿਸ ਵੇਲੇ ਸੀਸ ਮੰਗੇ ਨਾ, ਦਇਆ ਰਾਮ ਬੈਠਾ ਸੀ ਜੋ ਗਊ ਰੂਪ ਧਾਰ ਕੇ, ਤੇ ਖੰਡੇ ਧਾਰ ਪਾਹੁਲ ਲੈ ਕੇ ਹੋ ਗਿਆ ਉਹ ਸ਼ੇਰ ਸੀ। ਧਰਮ ਚੰਦ ਧਰਮੀ ਨੇ ਪੀਤੇ ਪੰਜ ਚੁਲੇ, ਜਦੋਂ ਮਿਲੀ ਉਹਨੂੰ ਸ਼ਕਤੀ ਉਹ ਹੋ ਗਿਆ ਦਲੇਰ ਸੀ। ਸਾਹਿਬ ਚੰਦ ਸਾਹਿਬ ਜਿਹੜਾ ਸਮਝਦਾ ਸੀ ਸਾਰਿਆਂ ਨੂੰ, ਛੱਡ ਕੇ ਗੁਲਾਮੀ ਉਹ ਆਜ਼ਾਦ ਹੋਇਆ ਫੇਰ ਸੀ। ਹਿੰਮਤ ਰਾਏ ਪੀਂਦਿਆਂ ਹੀ ਬਣਿਆ ਸੀ ਹਿੰਮਤੀ, ਤੋਲੇ ਜਿੰਨਾ ਮੁਕਮ ਚੰਦ ਹੋ ਗਿਆ ਸਵਾ ਸ਼ੇਰ ਸੀ। ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਹੀ ਐਸੀ ਕੀਤੀ ਏ। ਪਰ ਕਲਗੀਧਰ ਸਾਹਿਬ ਜੀ ਦੇ ਵੀਰ ਬਹਾਦਰ ਸਪੁੱਤਰ ਰੰਗਰੇਟਾ ਗੁਰੂ ਕਾ ਬੇਟਾ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਹੈ, ਤੇ ਕਲਗੀਧਰ ਸਾਹਿਬ ਜੀ ਨੇ 1699 ਦੀ ਵਿਸਾਖੀ ਤੇ ਅੰਮ੍ਰਿਤ ਛਕਾ ਕਰਕੇ ਨਾਮ ਭਾਈ ਜੀਵਨ ਸਿੰਘ ਰੱਖਿਆ ਹੈ। ਉਸ ਸਮੇਂ ਦੇ ਹਾਲਾਤਾਂ ਨੂੰ ਲਿਖਦੇ ਨੇ, ਜਿਸ ਵੇਲੇ ਕਲਗੀਧਰ ਸਾਹਿਬ ਜੀ ਨੇ ਸੀਸ ਮੰਗੇ ਨਾ, ਤੇ ਸਾਧ ਸੰਗਤ ਜੀ ਸਾਰੇ ਸੀਸ ਦੇਣ ਵਾਲੇ ਨਹੀਂ, ਕੁਝ ਮੂੰਹ ਛਪਾਉਣ ਵਾਲੇ, ਕੁਝ ਨੀਵੀਆਂ ਪਾਉਣ ਵਾਲੇ, ਤੇ ਕੁਝ ਉੱਠ ਕੇ ਭੱਜ ਜਾਣ ਵਾਲੇ ਵੀ ਸਨ। ਜਿਸ ਵੇਲੇ ਆਪ ਜੀ ਨੇ ਸੀਸ ਮੰਗੇ ਨੇ, ਧੀਰੇ ਧੀਰੇ ਨਿਕਸਨ ਲਾਗੇ, ਜਿਹ ਸਿੱਖ ਕਾਚਾ ਨਾਮ ਧਰਾਇਓ। ਜਿਨ੍ਹਾਂ ਨੇ ਨਾਮ ਤਾਂ ਸਿੱਖ ਧਰਾ ਲਿਆ, ਹਿਰਦੇ ਚੋਂ ਅਜੇ ਕੱਚੇ ਸਨ, ਹੌਲੀ ਹੌਲੀ ਉੱਠ ਕੇ ਖਿਸਕਣੇ ਸ਼ੁਰੂ ਹੋ ਗਏ। ਕਿਛ ਕਿਛ ਬੈਠ ਰਹੇ ਨਹਿ ਗਮਨੇ, ਕਿਵ ਗੁਰ ਘਰ ਮਹਿਮਾਨ ਰਹਾਇਓ। ਕੁਝ ਏਦਾਂ ਦੇ ਦੀਵਾਨ ਵਿੱਚ ਬੈਠੇ ਰਹੇ, ਜੇ ਉੱਠ ਕੇ ਚਲੇ ਗਏ ਤੇ ਇੱਜ਼ਤ ਜਾਂਦੀ ਰਹੇਗੀ। ਅੱਗੇ ਨੂੰ ਸਤਿਗੁਰੂ ਸਾਹਿਬ ਜੀ ਨੂੰ ਤੇ ਸੰਗਤਾਂ ਨੂੰ ਕਿਹੜਾ ਮੂੰਹ ਦਿਖਾਵਾਂਗੇ, ਮੂੰਹ ਦਿਖਾਉਣ ਜੋਗੇ ਨਹੀਂ ਰਹਿ ਜਾਣਾ। ਇਸ ਕਰਕੇ ਨੀਵੀਆਂ ਪਾ ਕੇ ਬੈਠੇ ਰਹੇ।
ਮਹਾਰਾਜ ਸਾਹਿਬ ਜੀ ਨੇ 5 ਸੀਸ ਲਏ ਨੇ, ਪਰ ਸਾਰੇ ਭਜਣ ਵਾਲੇ ਨਹੀਂ। ਕਿਛ ਪੂਰੇ ਪ੍ਰੇਮੀ ਪਦ ਪੰਕਜ ਬੈਠ ਰਹੇ ਨਹਿ ਬਾਰੀ ਆਇਓ। ਕਿਜ ਪ੍ਰੇਮੀ ਤੇ ਐਸੇ ਵੀ ਸਨ ਜਿਹੜੇ 5 ਤੋਂ ਬਾਅਦ ਵੀ ਵਾਰੀ ਉਡੀਕਦੇ ਰਹੇ ਕਿ ਜੇ ਕਲਗੀਧਰ ਸਾਹਿਬ ਜੀ ਨੇ ਹੁਣ ਸੀਸ ਮੰਗੇ ਤੇ ਸੀਸ ਅਸੀਂ ਦੇਵਾਂਗੇ। ਪਰ ਅਬ ਕੀ ਬਾਰ ਗੁਰ ਮੰਚ ਸੁਹਾਏ, 5 ਸਿੱਖਨ ਕੋ ਸਿੰਘ ਸਜਾਇਓ। ਤੇ ਕਲਗੀਧਰ ਸਾਹਿਬ ਜੀ ਜਦੋਂ ਮੰਚ ਤੇ ਆਏ ਨਾ, ਤੇ 5 ਸਿੱਖਾਂ ਨੂੰ ਆਪ ਜੀ ਨੇ ਸਿੰਘ ਸਜਾ ਦਿੱਤਾ ਹੋਇਆ ਹੈ। 5 ਪਿਆਰਿਆਂ ਦੀ ਆਪ ਜੀ ਨੇ ਸਿਰਜਣਾ ਕਰ ਦਿੱਤੀ ਹੋਈ ਏ। ਤੇ ਕਲਗੀਧਰ ਸਾਹਿਬ ਜੀ ਜਿਹੜੇ ਇਹ ਗੱਲ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੀ ਨਹ ਪਕੜੀ। ਮਹਾਰਾਜ ਨੰਗੀ ਤਲਵਾਰ ਤੇ ਕਦੇ ਪਕੜ ਕੇ ਵੀ ਨਹੀਂ ਦੇਖੀ। ਜੇ ਚਿੜੀ ਵੀ ਚੂਕ ਪਵੇ ਤੇ ਅਸੀਂ ਡਰ ਜਾਂਦੇ ਆ। ਮਹਾਰਾਜ ਇਹ ਤਲਵਾਰਾਂ ਫੜਨੀਆਂ ਤੇ ਲੜਨਾ ਸਾਨੂੰ ਨਹੀਂ ਆਉਂਦਾ। ਕਲਗੀਧਰ ਸਾਹਿਬ ਜੀ ਨੇ ਐਸੀ ਨਿਰਭੈਤਾ ਬਖਸ਼ ਦੇਣਾ ਕੀਤੀ। ਜਦੋਂ ਸੀਸ ਦੀ ਮੰਗ ਕੀਤੀ ਨਾ, ਤੇ ਸ਼ੇਰ ਵਾਂਗੂ ਗਰਜ ਕੇ ਬੱਦਲਾਂ ਵਰਗੀ ਗੜਗੜਾਹਟ ਵਾਲੀ ਗੰਭੀਰ ਆਵਾਜ਼ ਦੇ ਨਾਲ ਕਲਗੀਧਰ ਸਾਹਿਬ ਜੀ ਨੇ ਲਲਕਾਰ ਕਰਕੇ ਫਰਮਾਇਆ, ਓਏ ਆ ਉਰਾਂ, ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲਿਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਦੇਖਣਾ ਹੈ। ਤੇਰੇ ਨਿਰਬਲ ਡੌਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਦੇਖਣਾ ਹੈ। ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਵਾਲੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਦੇਖਣਾ ਹੈ। ਤੇਰੀ ਨਿਰਬਲਤਾਈ ਨੂੰ ਮੁਹਕਮ ਇਰਾਦੇ ਬਖਸ਼ ਕੇ ਤੇਰੇ ਪੈਰਾਂ ਹੇਠਾਂ ਪਰਬਤ ਚੂਰ ਹੁੰਦਾ ਦੇਖਣਾ ਹੈ। ਰੱਖ ਦੇਵੇਂਗਾ ਤੂੰ ਜੇਕਰ ਧੌਣ ਮੇਰੀ ਤੇਗ ਤੇ, ਤੇਗ ਦੀ ਸਹੁੰ ਸਾਹਿਬੋ ਮੁਖਤਾਰ ਬਣ ਜਾਏਗਾ ਤੂੰ। ਚਾੜਨਾ ਨਹੀਂ ਤੈਨੂੰ ਮਨਸੂਰ ਦੀ ਸੂਲੀ ਤੇ ਮੈਂ, ਚੜ ਕੇ ਮੇਰੀ ਦਾਰ ਤੇ ਸਿਰਦਾਰ ਬਣ ਜਾਏਗਾ ਤੂੰ। ਮੌਤ ਵਿੱਚੋਂ ਜ਼ਿੰਦਗੀ ਮਿਲਦੀ ਏ ਜੀਵਨ ਜੋਗਿਆ, ਫੁੱਲ ਦੀ ਜੇ ਲੋੜ ਹੋਵੇ ਲੱਭਦਾ ਏ ਖਾਰ ਚੋਂ। ਜਿਹੜਾ ਸਿਕੰਦਰ ਨੂੰ ਨਾ ਮਿਲਿਆ ਅੰਤ ਤੱਕ ਆਬੇ ਹਯਾਤ, ਦੇਖੀ ਅੱਜ ਡੁੱਲਣਾ ਏ ਮੇਰੀ ਤਲਵਾਰ ਚੋਂ। ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਫਰਮਾਏ ਹੀ ਨਹੀਂ, ਪੂਰੇ ਕਰਕੇ ਦਿਖਾ ਦਿੱਤੇ। ਸੋਰੇ ਨਰ ਮੋਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਔਰੰਗਜ਼ੇਬ ਦਾ ਸੁਹੀਆ ਅਬੂ ਅਲ ਤੁਰਾਨੀ ਲਿਖਦਾ ਨਾ ਕਿ ਕਲਗੀਧਰ ਸਾਹਿਬ ਜੀ ਨੇ ਮੰਚ ਦੇ ਉੱਪਰ ਸਾਰੀ ਸੰਗਤ ਦੇ ਸਾਹਮਣੇ ਇੱਕ ਇੱਕ ਕਰਕੇ 5 ਸਿੰਘਾਂ ਦੇ ਸੀਸ ਕੱਟੇ, ਫਿਰ ਆਪਣੀ ਆਤਮਿਕ ਸ਼ਕਤੀ ਦੇ ਨਾਲ ਉਹਨਾਂ ਨੂੰ ਸੁਰਜੀਤ ਕੀਤਾ। ਸਾਧ ਸੰਗਤ ਜੀ ਵਿਸ਼ਾਲ ਪ੍ਰਸੰਗ ਹੈ। ਪਹਿਲਾਂ ਵੀ ਬੇਨਤੀ ਕੀਤੀ, ਪੰਛੀ ਝਾਤੀ ਪਾਉਣੀ ਹੈ। ਆਪਣੀ ਰਿਪੋਰਟ ਦੇ ਵਿੱਚ ਫਿਰ ਉਹ ਲਿਖਣਾ ਕਰਦਾ, ਇਹ ਔਰੰਗਜ਼ੇਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਨਾਜ਼ਰ ਪ੍ਰਤੱਖ ਖੁਦਾ ਨੇ, ਇਹਨਾਂ ਦੇ ਨਾਲ ਮੱਥਾ ਨਾ ਲਾਈ। ਅੱਜ ਤੋਂ ਮੈਂ ਤੇਰਾ ਚਾਕਰ ਨਹੀਂ ਰਿਹਾ। ਅੱਜ ਦੀ ਤੇਰੇ ਵੱਲ ਭੇਜੀ ਹੋਈ ਰਿਪੋਰਟ ਇਹ ਮੇਰੀ ਆਖਰੀ ਖੁਫੀਆ ਰਿਪੋਰਟ ਹੈ। ਅੱਜ ਤੋਂ ਮੈਂ ਤੇਰੀ ਚਾਕਰੀ ਨਹੀਂ ਕਰਨੀ। ਅੱਜ ਤੋਂ ਮੈਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੋ ਜਾਣਾ ਹੈ। ਤੇ ਫਿਰ ਅਬੂ ਅਲ ਤਰਾਨੀ ਅੰਮ੍ਰਿਤ ਛਕ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣਿਆ ਤੇ ਮਹਾਰਾਜ ਸਾਹਿਬ ਜੀ ਨੇ ਉਸ ਦਾ ਨਾਮ ਅਜਮੇਰ ਸਿੰਘ ਰੱਖਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਉਸ ਵੇਲੇ ਦਾ ਔਰੰਗਜ਼ੇਬ ਦਾ ਖੁਫੀਆ ਵਿਭਾਗ ਦਾ ਆਫੀਸਰ ਜੋ ਅਬੂ ਅਲ ਤਰਾਨੀ ਬੈਠਾ ਸੀ, ਉਸ ਨੇ ਮੰਚ ਦੇ ਉੱਪਰ ਸਾਰੀ ਸੰਗਤ ਦੇ ਸਾਹਮਣੇ 5 ਪਿਆਰਿਆਂ ਦੇ ਸੀਸ ਕੱਟੇ ਜਾਣੇ ਤੇ ਫਿਰ ਕਲਗੀਧਰ ਸਾਹਿਬ ਜੀ ਵੱਲੋਂ ਸੁਰਜੀਤ ਕਰਨਾ ਲਿਖਿਆ ਹੈ। ਤੇ ਕਵੀ ਲਿਖਣਾ ਕਰਦਾ ਹੈ, ਕਲਗੀਧਰ ਸਾਹਿਬ ਜੀ ਨੇ ਐਸੀ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਨਾ, ਅੰਮ੍ਰਿਤ ਛਕ ਜੀ ਪਏ ਮੁਰਦੇ, ਗਿੱਦੜਾਂ ਵਿੱਚ ਸ਼ੇਰ ਜੈ ਗੁਰਦੇ, ਵੈਰੀ ਰਣ ਅੰਦਰ ਝੁਰਦੇ, ਲੱਖਾਂ ਨਾਲ ਇੱਕ ਲੜੇ, ਹਾਥੀ ਨਾਲ ਸਿੰਘ ਲੜ ਗਿਆ, ਦੁਸ਼ਮਣ ਨੇ ਕੰਨ ਫੜੇ, ਅੰਮ੍ਰਿਤ ਹੈ ਜੀਵਨ ਸ਼ਕਤੀ। ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ 5 ਪਿਆਰਿਆਂ ਦੀ ਸਿਰਜਣਾ ਕੀਤੀ ਹੈ, ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਫਿਰ 5 ਪਿਆਰਿਆਂ ਦੇ ਪਾਸੋਂ ਆਪ ਅੰਮ੍ਰਿਤ ਲਿਆ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਸਾਧ ਸੰਗਤ ਜੀ, ਭਾਈ ਦਇਆ ਸਿੰਘ ਸਾਹਿਬ ਜੀ ਹੀ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਡਲੇ ਤੇ ਪਿਆਰੇ ਗੁਰਸਿੱਖ ਨੇ। ਜਦੋਂ ਕਲਗੀਧਰ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਮੰਗੀ ਹੈ ਨਾ, ਗੁਰੂ ਪੰਥ ਜੀ, ਹੇ ਖਾਲਸਾ ਜੀ, ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾ ਕਰਕੇ ਦਇਆ ਰਾਮ ਤੋਂ ਦਇਆ ਸਿੰਘ ਬਣਾਇਆ ਹੈ, ਧਰਮ ਚੰਦ ਤੋਂ ਧਰਮ ਸਿੰਘ ਬਣਾਇਆ ਹੈ, ਇਵੇਂ ਸਾਨੂੰ ਵੀ ਅੰਮ੍ਰਿਤ ਛਕਾ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਪਹਿਲਾਂ 5 ਪਿਆਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਆਪ ਸਰਬੱਗ ਹੋ, ਅਸੀਂ ਅਲਪੱਗ ਹਾਂ। ਆਪ ਕਰਨ ਕਾਰਨ ਸਮਰੱਥ ਹੋ, ਤੁਹਾਡੇ 'ਚ ਬਲ ਹੈ, ਸ਼ਕਤੀ ਹੈ। ਮਹਾਰਾਜ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ, ਧਰਮ ਚੰਦ ਤੋਂ ਧਰਮ ਸਿੰਘ ਬਣਾ ਸਕਦੇ ਹੋ, ਪਰ ਸਾਡੇ 'ਚ ਕਿਹੜੀ ਸ਼ਕਤੀ ਹੈ ਕਿ ਆਪ ਜੀ ਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਈਏ। ਤੇ ਸ੍ਰੀ ਕਲਗੀਧਰ ਸਾਹਿਬ ਜੀ ਨੇ ਪ੍ਰਵਚਨ ਫਰਮਾਇਆ, ਖਾਲਸਾ ਜੀ ਹੁਣ ਤੁਸੀਂ ਪੰਜ ਪਿਆਰੇ ਹੋ, ਪੰਥ ਰੂਪ ਹੋ। ਪੰਥ ਰੂਪ ਹੋਣੇ ਕਰਕੇ ਹੁਣ ਤੁਸੀਂ ਸਮਰੱਥ ਹੋ, ਹੁਣ ਤੁਸੀਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਸਕਦੇ ਹੋ। ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਬੜੇ ਪਿਆਰ ਤੇ ਵਜ੍ਹ ਦੇ ਵਿੱਚ ਆ ਕਰਕੇ ਫਿਰ ਬਚਨ ਕੀਤਾ, ਕਲਗੀਧਰ ਸਾਹਿਬ ਜੀ ਸਾਨੂੰ ਇਹ ਅੰਮ੍ਰਿਤ ਮੁਫਤ ਨਹੀਂ ਮਿਲਿਆ, ਸਿਰ ਦੇ ਕੇ ਅੰਮ੍ਰਿਤ ਲਿਆ। ਅਸੀਂ ਅੰਮ੍ਰਿਤ ਲੈਣ ਵਾਸਤੇ ਸੀਸ ਦਿੱਤੇ ਨੇ। ਆਪ ਜੀ ਅੰਮ੍ਰਿਤ ਦੀ ਭੇਟਾ ਕੀ ਦੇਣਾ ਕਰਦੇ ਹੋ? ਤੇ ਕਲਗੀਧਰ ਸਾਹਿਬ ਜੀ ਨੇ ਸਾਧ ਸੰਗਤ ਜੀ ਬੜੇ ਪਿਆਰ ਤੇ ਅਦਬ ਦੇ ਨਾਲ ਬਚਨ ਕੀਤਾ, ਖਾਲਸਾ ਜੀ ਜੇ ਸੀਸ ਦੀ ਭੇਟਾ ਦੇ ਕਰਕੇ ਅੰਮ੍ਰਿਤ ਮਿਲ ਜਾਵੇ ਤੇ ਸਾਡਾ ਵੀ ਸੀਸ ਲੈ ਲਵੋ, ਪਰ ਕਿਰਪਾ ਕਰਕੇ ਸਾਨੂੰ ਇਹ ਅੰਮ੍ਰਿਤ ਦੀ ਦਾਤ ਦੇਵੋ। ਤੇ ਇਤਿਹਾਸ ਕਹਿੰਦਾ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਫਿਰ ਬਚਨ ਕੀਤਾ, ਹੈ ਕਲਗੀਧਰ ਸਾਹਿਬ ਜੀ ਅੰਮ੍ਰਿਤ ਲੈਣ ਵਾਸਤੇ ਸਿੱਖ ਵੀ ਇੱਕ ਸੀਸ ਭੇਟਾ ਕਰੇ ਤੇ ਗੁਰੂ ਸਾਹਿਬ ਵੀ ਇੱਕ ਸੀਸ ਹੀ ਭੇਟਾ ਕਰਨ, ਤੇ ਫਿਰ ਵਾਧਾ ਕੀ ਹੋਇਆ? ਗੁਰੂ ਜੀ ਨੂੰ ਕੁਛ ਵੱਧ ਦੇਣਾ ਚਾਹੀਦਾ ਨਾ, ਸਿੱਖ ਦੇ ਨਾਲੋਂ ਵੱਡੀ ਭੇਟਾ ਦੇਣੀ ਚਾਹੀਦੀ ਹੈ। ਸਤਿਗੁਰੂ ਜੀ ਸਮਰੱਥ ਜੂ ਹੋਏ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਬਚਨ ਕਰਨਾ ਕੀਤਾ, ਹੈ ਖਾਲਸਾ ਪੰਥ ਜੀ ਪੌਣੇ 9 ਸਾਲ ਦੀ ਅਵਸਥਾ ਦੇ ਵਿੱਚ ਪਿਤਾ ਸਤਿਗੁਰੂ ਜੀ ਦਾ ਸੀਸ ਧਰਮ ਤੋਂ ਕੁਰਬਾਨ ਕਰ ਚੁੱਕੇ ਆ। ਸਮਾਂ ਆਉਣ ਤੇ ਮਾਤਾ ਜੀ ਦਾ ਸੀਸ, ਆਪਣਾ ਸੀਸ, ਸਰਬੰਸ ਦੇ ਸੀਸ, ਚਾਰੇ ਲਾਲਾਂ ਦੇ ਸੀਸ ਧਰਮ ਤੋਂ ਕੁਰਬਾਨ ਕਰ ਦੇਵਾਂਗੇ। ਧੰਨ ਭਾਗ ਜੇ ਅੰਮ੍ਰਿਤ ਮਿਲ ਜਾਵੇ, ਦੇ ਕੇ ਭੇਟਾ ਕੁੱਲ ਪਰਿਵਾਰ ਦੀ। ਸਾਰੇ ਹੀ ਸਰਬੰਸ ਦੇ ਸੀਸ ਪੰਥ ਤੋਂ ਕੁਰਬਾਨ ਕਰ ਦੇਵਾਂਗੇ ਤਾਂ ਵੀ ਇਹ ਅੰਮ੍ਰਿਤ ਦਾ ਮੁੱਲ ਨਾ ਜਾਣਿਓ, ਇਹ ਤੁੱਛ ਜੀ ਭੇਟਾ ਹੀ ਜਾਣਿਓ। ਇਹ ਸੀਸਾਂ ਦੀ ਭੇਟਾ ਪ੍ਰਵਾਨ ਕਰੋ ਤੇ ਖਾਲਸਾ ਜੀ ਸਾਨੂੰ ਅੰਮ੍ਰਿਤ ਛਕਾਓ। ਤੇ ਸਾਧ ਸੰਗਤ ਜੀ ਪੰਜ ਪਿਆਰੇ ਸਿੰਘ ਸਾਹਿਬਾਨਾਂ ਜੀ ਨੇ ਫਿਰ ਕਲਗੀਧਰ ਸਾਹਿਬ ਜੀ ਨੂੰ ਅੰਮ੍ਰਿਤ ਛਕਾਵਣਾ ਕੀਤਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਲਿਖਣਾ ਕਰਦੇ ਨੇ, ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਵਾਕਿਆ ਆਪ ਜੀ ਦੇ ਨਾਲ ਤਾਂ ਸਾਂਝਾ ਕੀਤਾ ਹੈ। ਅੱਜ ਉਸ ਭਾਈ ਦਇਆ ਸਿੰਘ ਸਾਹਿਬ ਜੀ ਦਾ ਜਨਮ ਦਿਨ ਹੈ, ਜਿਨ੍ਹਾਂ ਨੇ ਪੰਜ ਪਿਆਰੇ ਰੂਪ ਹੋ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਦਾ ਵੀ ਗੁਰੂ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਪੰਥ ਰੂਪ ਹੋ ਕਰਕੇ, ਪੰਜ ਪਿਆਰੇ ਹੋ ਕਰਕੇ ਕਲਗੀਧਰ ਸਾਹਿਬ ਜੀ ਦੇ ਵੀ ਗੁਰੂ, ਗੁਰੂ ਦੇ ਗੁਰੂ ਸਤਿਗੁਰੂ ਕਲਗੀਧਰ ਸਾਹਿਬ ਜੀ ਰੱਬ ਨੇ। ਸਤਿਗੁਰੂ ਕਲਗੀਧਰ ਸਾਹਿਬ ਜੀ ਪ੍ਰਮਾਤਮਾ ਨੇ, ਸਤਿਗੁਰ ਪਰਮੇਸ਼ਰ ਮੇਰਾ। ਤੇ ਕਈ ਵੀਰ ਸ਼ੰਕਾ ਵੀ ਕਰਦੇ ਨੇ, ਕਲਗੀਧਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ ਨਾ, ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ। ਤੇ ਕਈ ਸੱਜਣ ਇਸ ਦਾ ਅਰਥ ਐਵੇਂ ਕਰਦੇ ਨੇ ਕਿ ਕਲਗੀਧਰ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਨਾ, ਉਹ ਨਰਕਾਂ ਦੇ ਕੁੰਡ ਵਿੱਚ ਪਏਗਾ। ਤੇ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਸਿੰਘੋ ਜੇ ਕਲਗੀਧਰ ਸਾਹਿਬ ਜੀ ਨੂੰ ਪ੍ਰਮਾਤਮਾ ਮੰਨਣ ਦੇ ਨਾਲ ਕੋਈ ਨਰਕਾਂ ਵਿੱਚ ਪੈਂਦਾ ਤੇ ਸਭ ਤੋਂ ਪਹਿਲਾਂ ਅਸੀਂ ਕਲਗੀਧਰ ਸਾਹਿਬ ਜੀ ਨੂੰ ਪ੍ਰਮਾਤਮਾ ਮੰਨਦੇ ਹਾਂ। ਕਲਗੀਧਰ ਸਾਹਿਬ ਜੀ ਨੂੰ ਪ੍ਰਮਾਤਮਾ ਮੰਨਣ ਦੇ ਨਾਲ ਨਰਕਾਂ 'ਚ ਨਹੀਂ ਪਈਦਾ। ਤੇ ਫਿਰ ਮਨ ਦੇ ਅੰਦਰ ਵਲਵਲਾ ਪੈਦਾ ਹੋਵੇਗਾ, ਇਸ ਗੁਰਬਾਣੀ ਦੀ ਪੰਕਤੀ ਦੇ ਫਿਰ ਅਰਥ ਕੀ ਬਣਦੇ ਨੇ ਜੋ ਕਲਗੀਧਰ ਸਾਹਿਬ ਜੀ ਨੇ ਖੁਦ ਫਰਮਾਈ ਹੈ। ਸਾਧ ਸੰਗਤ ਜੀ ਜਿਹੜੀ ਗੁਰਬਾਣੀ ਹੈ ਨਾ, ਬੇਅੰਤ ਭਾਸ਼ਾਵਾਂ ਦੇ ਵਿੱਚ ਰਚੀ ਗਈ ਹੈ। ਹਿੰਦੀ ਦੇ ਵਿੱਚ ਵੀ ਹੈ, ਗੁਰਮੁਖੀ ਦੇ ਅੰਦਰ ਵੀ ਹੈ, ਉਰਦੂ ਦੇ ਸ਼ਬਦ ਵੀ ਨੇ, ਅਰਬੀ ਦੇ ਵੀ ਨੇ, ਫਾਰਸੀ ਦੇ ਵੀ ਨੇ, ਸੰਸਕ੍ਰਿਤ ਦੇ ਨੇ, ਸੰਸਕ੍ਰਿਤੀ ਦੇ ਵੀ ਨੇ, ਬ੍ਰਿਜ ਭਾਸ਼ਾ ਦੇ ਵੀ ਨੇ। ਬੇਅੰਤ ਭਾਸ਼ਾਵਾਂ ਦੇ ਅੰਦਰ ਸਤਿਗੁਰੂ ਜੀ ਨੇ ਗੁਰਬਾਣੀ ਰਚੀ ਹੈ। ਤੇ ਜਦੋਂ ਅਸੀਂ ਹਿੰਦੀ ਸ਼ਬਦ ਇਸਤੇਮਾਲ ਕਰਦੇ ਹਾਂ, ਹਿੰਦੀ ਲੈਂਗੁਏਜ, ਹਿੰਦੀ ਭਾਸ਼ਾ ਬੋਲਦੇ ਹਾਂ ਨਾ, ਹਮ ਤੇ ਤੁਮ ਸ਼ਬਦ ਅਕਸਰ ਇਸਤੇਮਾਲ ਕੀਤੇ ਜਾਂਦੇ ਨੇ। ਜੇ ਆਪਣੇ ਆਪ ਨੂੰ ਮੁਖਾਤਿਬ ਕਰਨਾ ਹੋਵੇ ਤੇ ਫਿਰ ਕਿਹਾ ਜਾਂਦਾ ਹਮ ਆਪਕੇ ਪਾਸ ਆਏਂਗੇ, ਹਮ ਵਹਾਂ ਗਏ ਥੇ, ਹਮ ਜਾਏਂਗੇ, ਹਮਨੇ ਖਾਣਾ ਖਾ ਲਿਆ। ਹਮ ਸ਼ਬਦ ਆਪਣੇ ਆਪ ਵਾਸਤੇ ਇਸਤੇਮਾਲ ਕੀਤਾ ਜਾਂਦਾ ਤੇ ਤੁਮ ਸ਼ਬਦ ਜਿਹੜਾ ਹੈ ਇਹ ਦੂਸਰੇ ਵਾਸਤੇ ਇਸਤੇਮਾਲ ਕੀਤਾ ਜਾਂਦਾ। ਤੁਮ ਕਿਆ ਕਰ ਰਹੇ ਹੋ, ਤੁਮ ਕਹਾਂ ਜਾਓਗੇ ਇਤਿਆਦਿਕ। ਇਹ ਕੇਵਲ ਤਾਂ ਕੇਵਲ ਐਗਜ਼ੈਂਪਲਸ ਨੇ, ਉਦਾਹਰਣਾਂ ਨੇ। ਤੇ ਕਲਗੀਧਰ ਸਾਹਿਬ ਜੀ ਨੇ ਜਿਹੜੀ ਪੰਕਤੀ ਉਚਾਰਨ ਕੀਤੀ ਹੈ, ਜੋ ਹਮ ਕੋ
ਹਮ ਤੋਂ ਭਾਵ ਆਪਣਾ ਆਪ, ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਅਖਵਾਉਣਗੇ। ਜਿਵੇਂ ਅੱਜ ਦੱਬੀ ਪਖੰਡੀ ਗੁਰੂ ਬਣੇ ਬੈਠੇ ਨੇ, ਆਪਣੇ ਆਪ ਨੂੰ ਰੱਬ ਅਖਵਾਉਂਦੇ ਨੇ ਨਾ, ਦੋ ਤਲੀਆਂ ਕਰਕੇ ਇਸ ਪ੍ਰਕਾਰ ਕਹਿੰਦੇ ਹੱਥਾਂ ਦੇ ਵਿੱਚ ਰੱਬ ਦਿਖਾ ਦੇਵਾਂਗੇ, ਕੋਈ ਕਹਿੰਦਾ ਤੈਨੂੰ ਦਸਮ ਦੁਆਰ ਭੇਜ ਦੇਵਾਂਗੇ, ਕੋਈ ਵੱਖ-ਵੱਖ ਤਰ੍ਹਾਂ ਦੇ ਦਾਅਵੇ। ਜਿੰਨੇ ਗੁਰੂ ਬਣ ਕੇ ਬੈਠੇ ਨੇ ਅਸਲ ਵਿੱਚ ਆਪਣੇ ਆਪ ਨੂੰ ਰੱਬ ਹੀ ਤੇ ਖਵਾ ਰਹੇ ਨੇ ਨਾ। ਤਾਂ ਹਜ਼ੂਰ ਨੇ ਪ੍ਰਵਚਨ ਫਰਮਾਵਣਾ ਕੀਤਾ, ਜੋ ਹਮ ਕੋ ਪਰਮੇਸ਼ਰ ਉਚਰ ਹੈ, ਜੋ ਆਪਣੇ ਆਪ ਨੂੰ ਪਰਮੇਸ਼ਰ ਉਚਾਰਨਗੇ ਤੇ ਸਭ ਨਰਕ ਕੁੰਡ ਮਹਿ ਪਰ ਹੈ, ਉਹ ਸਾਰੇ ਨਰਕਾਂ ਦੇ ਕੁੰਡ ਵਿੱਚ ਪੈਣਗੇ। ਆ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਅੱਜ ਜਿਤਨੇ ਦੰਬੀ ਪਖੰਡੀ ਬੈਠੇ, ਸਾਰੇ ਹੀ ਪਖੰਡੀ ਨੇ ਤੇ ਸਾਰੇ ਨਰਕਾਂ ਦੇ ਕੁੰਡ ਚ ਪੈਣਗੇ। ਕਲਗੀਧਰ ਸਾਹਿਬ ਜੀ ਪਰਮਾਤਮਾ ਨੇ, ਪਰਮੇਸ਼ਰ ਨੇ। ਸਦਾ ਭਰੋਸਾ ਰੱਖਣਾ, ਸਤਿਗੁਰ ਪਰਮੇਸ਼ਰ ਮੇਰਾ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਗੁਰ ਪਰਮੇਸ਼ਰ, ਸਤਿਗੁਰੂ ਜੀ ਪਰਮੇਸ਼ਰ ਨੇ। ਕਿਵੇਂ ਪਰਮੇਸ਼ਰ ਨਾ ਮੰਨੀਏ ਕਲਗੀਧਰ ਸਾਹਿਬ ਜੀ ਨੂੰ? ਦਸੇ ਗੁਰੂ ਸਾਹਿਬਾਨ ਜੀ ਪਰਮੇਸ਼ਰ ਨੇ, ਸਾਖਿਆਤਕਾਰ ਪਰਮੇਸ਼ਰ ਨੇ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। रोम रोम कोट ब्रह्मांड को निवास जास, मानस अवतार धार दर्श दिखाए हैं। यह बिद करत तपस्या भयो, द्वैते एक रूप हो गयो। जदों परमात्मा जी दे नाल एक मेकी हो गए, परमात्मा जी विच ते कलगीधर साहिब जी दे विच भेद ही नहीं रहा, ते साध संगत जी कलगीधर साहिब जी नूं परमात्मा क्यों ना मनीए? सतगुर परमेश्वर मेरा, सतगुरु जी परमेश्वर ने। ਤੇ ਪੰਜ ਪਿਆਰੇ ਸਿੰਘ ਸਾਹਿਬਾਨ ਸਿੱਖ ਪੰਥ ਦੇ ਅੰਦਰ ਐਸੀ ਮਾਇਨਾਜ਼ ਸ਼ਖਸੀਅਤਾਂ ਨੇ ਜਿਹੜੇ ਪਰਮੇਸ਼ਰ ਦੇ ਵੀ ਗੁਰੂ ਨੇ, ਗੁਰੂ ਕੇ ਵੀ ਗੁਰੂ ਨੇ। ਸਾਧ ਸੰਗਤ ਜੀ, ਪਹਿਲਾ ਵਾਕਿਆ, ਪਹਿਲੀ ਸਾਖੀ, ਗੁਰੂ ਰੂਪ ਹੋ ਕਰਕੇ ਕਲਗੀਧਰ ਸਾਹਿਬ ਜੀ ਨੂੰ ਅੰਮ੍ਰਿਤ ਛਕਾਉਣਾ, ਤੇ ਦੂਸਰਾ ਵਾਕਿਆ ਆਪ ਜੀ ਨੇ ਚਮਕੌਰ ਦਾ ਬੇਅੰਤ ਵਾਰ ਸਰਵਣ ਕੀਤਾ ਹੋਵੇਗਾ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੰਥ ਰੂਪ ਹੋ ਕਰਕੇ ਹੁਕਮ ਦੇਣਾ। ਕਲਗੀਧਰ ਸਾਹਿਬ ਜੀ, ਤੁਸੀਂ ਹੋ ਗੁਰੂ ਤੇ ਖਾਲਸਾ ਗੁਰੂ ਤੁਹਾਡਾ, ਇਸ ਦਾ ਹੁਕਮ ਪਰਤਾਉਣ ਦੀ ਆਗਿਆ ਨਹੀਂ, ਤੁਹਾਡੀ ਜਾਨ ਅਮਾਨਤ ਹੈ ਖਾਲਸੇ ਦੀ, ਇਸ ਨੂੰ ਕਿਤੇ ਗਵਾਉਣ ਦੀ ਆਗਿਆ ਨਹੀਂ। ਛੇਤੀ ਉਠੋ ਤੇ ਕਲਗੀਆਂ ਜਿਗੇ ਲਾਹੋ, ਦੂਰ ਵੈਰੀਆਂ ਦੀ ਨਜ਼ਰੋਂ ਹਟ ਜਾਓ, ਸਮਾਂ ਪਾ ਕੇ ਫੌਜ ਤਿਆਰ ਕਰ ਲਓ, ਫਿਰ ਵੈਰੀਆਂ ਮੂਹਰੇ ਡਟ ਜਾਓ। ਮਹਾਰਾਜ ਮੈਦਾਨੇ ਜੰਗ ਚੋਂ ਭੱਜਣ ਵਾਸਤੇ ਥੋੜਾ ਆਖਿਆ, ਕੇਵਲ ਤਾਂ ਕੇਵਲ ਵਕਤ ਵਿਚਾਰਨ ਵਾਸਤੇ ਆਖਿਆ। ਤੇ ਕਲਗੀਧਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਹੈ ਖਾਲਸਾ ਪੰਥ ਜੀ, ਮੈਦਾਨੇ ਜੰਗ ਦੇ ਵਿੱਚ ਅਸਾਂ ਨੇ ਪਿੱਠ ਦੇ ਕੇ ਨਹੀਂ ਜਾਣਾ, ਵੈਰੀਆਂ ਨੂੰ ਲਲਕਾਰ ਕੇ ਜਾਣਾ ਚਾਹੁੰਦੇ ਹਾਂ। ਹੁਣ ਗੁਰੂ ਖਾਲਸੇ ਨੂੰ ਪਤਾ ਹੈ ਸਾਡੇ ਸਤਿਗੁਰੂ ਜੀ ਅਤਿਰਥੀ ਸੂਰਮੇ ਨੇ, ਇਹ 10 ਲੱਖ 20 ਲੱਖ ਸੈਨਾ ਕਿਹੜੀ ਗੱਲ ਹੈ, ਅਗਰ ਕੁੱਲ ਦੁਨੀਆ ਦੇ ਰਾਜਿਆਂ ਦੀ ਸੈਨਾ ਵੀ ਆ ਕੇ ਘੇਰਾ ਪਾ ਲਵੇ ਨਾ, ਤੇ ਕਲਗੀਧਰ ਸਾਹਿਬ ਜੀ ਦਾ ਰਸਤਾ ਨਹੀਂ ਡੱਕ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਵੀਰ ਬਹਾਦਰ ਅਤਿਰਥੀ ਸੂਰਮੇ ਹੋ, ਆਪ ਜੀ ਨੂੰ ਸੂਰਮਿਆਂ ਵਾਂਗੂ ਮੈਦਾਨ ਦੇ ਵਿੱਚੋਂ ਜਾਣ ਦੀ ਆਗਿਆ ਹੈ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਨਰਸਿੰਘਾ ਵਜਾਇਆ ਹੈ, 3 ਵਾਰ ਤਾੜੀ ਵੀ ਵਜਾਈ ਹੈ, ਪੀਰੇ ਹਿੰਦ ਮੇਰ ਵੱਧ ਦਾ ਬਚਨ ਕੀਤਾ ਹੈ। ਤੇ ਆਪ ਜੀ ਨੇ ਉਚਾਰਨਾ ਕੀਤਾ ਹੈ, ਉਸਨੇ ਗਰਜ ਕੇ ਆਖਿਆ, ਕਾਇਰੋ ਵੋਏ ਉਠੋ, ਬੂਹੇ ਤੁਹਾਡੇ ਤੇ ਖਲਿਆ ਹਾਂ, ਗੋਬਿੰਦ ਸਿੰਘ ਮੈਂ ਗੁਰੂ ਹਾਂ ਖਾਲਸੇ ਦਾ, ਲੜਨ ਮਰਨ ਤੋਂ ਕਦੇ ਨਾ ਟਲਿਆ ਹਾਂ, ਮਤਾ ਆਖੋ ਉਹ ਚੋਰੀ ਨਿਕਲ ਗਿਆ ਸੀ, ਲਓ ਮੈਂ ਵੱਜ ਵੱਜਾ ਕੇ ਚੱਲਿਆ ਹਾਂ। ਤੇ ਸਾਧ ਸੰਗਤ ਜੀ, ਜਦੋਂ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਵਾਂਗੂ ਦੁਸ਼ਮਣਾਂ ਦੇ ਦਲ ਉਮੜ ਕਰਕੇ ਆਏ ਨਾ, ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇੱਕ ਇੱਕ ਤੀਰ ਦੇ ਨਾਲ 10-10 ਹਜ਼ਾਰ ਦੁਸ਼ਮਣਾਂ ਨੂੰ ਧਰਤੀ ਤੇ ਨਿਸਾਰ ਕਰ ਦਿੱਤਾ, ਢੇਰ ਕਰ ਦਿੱਤਾ ਹੈ। ਇਸ ਪ੍ਰਕਾਰ ਮੈਦਾਨੇ ਜੰਗ ਦੇ ਵਿੱਚੋਂ ਲੰਘਣ ਲੱਗੇ ਨੇ। ਤੇ ਭਾਈ ਦਇਆ ਸਿੰਘ ਸਾਹਿਬ ਜੀ ਦੇ ਜੀਵਨ ਦਾ ਇੱਕ ਪਿਆਰਾ ਜਿਹਾ ਵਾਕਾ ਆਪ ਜੀ ਦੇ ਨਾਲ ਸਾਂਝਾ ਕਰਕੇ ਫਿਰ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰਾਂਗੇ। ਮੈਦਾਨੇ ਜੰਗ ਦੇ ਵਿੱਚੋਂ ਲੰਘ ਰਹੇ ਨੇ, ਕਾਲੀ ਬੋਲੀ ਰਾਤ ਦਾ, ਹਨੇਰੀ ਰਾਤ ਦਾ ਸਮਾਂ ਹੈ, ਆਕਾਸ਼ ਦੇ ਅੰਦਰ ਬਿਜਲੀ ਚਮਕੀਏ। ਭਾਈ ਦਇਆ ਸਿੰਘ ਸਾਹਿਬ ਜੀ ਕੀ ਤੱਕਦੇ ਨੇ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਪਵਿੱਤਰ ਸਰੀਰ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਇਆ ਪਿਆ ਹੈ। ਜਿਸ ਵੇਲੇ ਕੋਮਲ ਜਿਹਾ ਸਰੀਰ ਤੱਕਿਆ, ਸੋਹਲ ਜਿਹਾ ਸਰੀਰ ਤੱਕਿਆ, ਗੁਰੂ ਸਪੁੱਤਰ ਦਾ ਸਰੀਰ ਤੱਕਿਆ,
ਗੁਰੂ ਬਚਨਾਂ ਤੋਂ ਨਿਸ਼ਾਵਰ ਹੋ ਜਾਣ ਵਾਲੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਜੀ ਦਾ ਸਰੀਰ ਤੱਕਿਆ ਨਾ ਤੇ ਭਾਈ ਦਇਆ ਸਿੰਘ ਸਾਹਿਬ ਜੀ ਤੋਂ ਧੀਰਜ ਨਾ ਧਾਰੀ ਗਈ। ਕਵੀ ਕਰਤਾਰ ਸਿੰਘ ਜੀ ਬਲੱਗਣ ਲਿਖਦੇ ਨੇ, ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੇਰਨੀ ਖਾ ਕੇ ਬੈਠ ਗਿਆ। ਉਸ ਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੱਖ ਸੀਸ ਝੁਕਾ ਕੇ ਬੈਠ ਗਿਆ। ਮੁਖ ਪੂੰਝਿਆ, ਕੇਸਾਂ ਚੋਂ ਝਾੜ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ। ਪਿਤਾ ਵੱਲ ਨਿਰਮੋਹੀ ਦੇ ਤੱਕ ਕੇ ਤੇ ਦਇਆ ਸਿੰਘ ਰੋਹ ਵਿੱਚ ਆ ਕੇ ਬੈਠ ਗਿਆ। ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ। ਉਸ ਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਬੜਾ ਰੋਹ ਆਇਆ ਮਨ ਦੇ ਅੰਦਰ, ਹਿਰਦੇ ਦੇ ਅੰਦਰ ਵੈਰਾਗ ਵੀ ਹੈ, ਰੋਹ ਵੀ ਹੈ। ਹੇ ਕਲਗੀਧਰ ਦਸ਼ਮੇਸ਼ ਪਿਤਾ, ਆਪ ਜੀ ਦੇ ਲਾਡਲੇ ਵੀਰ ਬਹਾਦਰ ਸਪੁੱਤਰ ਬ੍ਰਹਮ ਗਿਆਨੀ ਬਚਨਾਂ ਤੋਂ ਜਾਨਾਂ ਨਿਸ਼ਾਵਰ ਕਰ ਦੇਣ ਵਾਲੇ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਏ ਪਏ ਨੇ ਤੇ ਆਪ ਜੀ ਆਪਣੇ ਸਾਹਿਬਜ਼ਾਦਿਆਂ ਵੱਲ ਤੱਕਦੇ ਵੀ ਨਹੀਂ। ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਵਣਾ ਕਰਦੇ ਨੇ, ਦਇਆ ਸਿੰਘਾ ਮੇਰੇ ਕਾਲਜੇ ਨੂੰ ਬੇਅੰਤ ਹੀ ਜ਼ਖਮ ਲੱਗੇ, ਤੂੰ ਪਲੋਸਦਾ ਏ ਇੱਕੋ ਹੀ ਫਟ ਅੜਿਆ। ਮੇਰੀਆਂ ਅੱਖਾਂ ਚੋਂ ਤੱਕ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜੁਝਾਰ ਤੋਂ ਘੱਟ ਅੜਿਆ। ਇਹ ਜਿੰਨੇ ਸਿੱਖ ਸ਼ਹੀਦ ਹੋਏ ਪਏ ਨੇ ਨਾ, ਇਹ ਸਾਡੀਆਂ ਨਜ਼ਰਾਂ ਵਿੱਚ ਸਾਰੇ ਹੀ ਅਜੀਤ ਸਿੰਘ ਨੇ, ਸਾਰੇ ਹੀ ਜੁਝਾਰ ਸਿੰਘ ਨੇ। ਕੋਈ ਵੀ ਅਜੀਤ ਸਿੰਘ ਤੇ ਜੁਝਾਰ ਸਿੰਘ ਤੋਂ ਘੱਟ ਨਹੀਂ। ਅਜੀਤ ਸਿੰਘ ਤੇ ਜੁਝਾਰ ਸਿੰਘ ਸਾਨੂੰ ਕਿਸੇ ਸਿੱਖ ਤੋਂ ਵੱਧ ਨਹੀਂ। ਭਾਈ ਦਇਆ ਸਿੰਘ ਸਾਹਿਬ ਜੀ ਦਾ ਵੈਰਾਗ ਥੰਮਿਆ ਨਹੀਂ ਜਾਂਦਾ ਤੇ ਕਲਗੀਧਰ ਸਾਹਿਬ ਜੀ ਇਸ ਸ਼ਹਾਦਤ ਦੀ, ਮੌਤ ਦੀ ਫਿਰ ਉੱਤਮਤਾਈ ਦਰਸਾਉਂਦੇ ਨੇ। ਹਜ਼ੂਰ ਨੇ ਫਰਮਾਇਆ, ਦਇਆ ਸਿੰਘਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ, ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਤੇ ਜਿਹੜੇ ਭਾਈ ਦਇਆ ਸਿੰਘ ਜੀ ਪ੍ਰੇਮ ਤੇ ਵੈਰਾਗ ਨਾਲ ਬੇਨਤੀਆਂ ਕਰਦੇ ਸਨ, ਸੱਚੇ ਪਾਤਸ਼ਾਹ ਸਾਹਿਬਜ਼ਾਦਿਆਂ ਦੇ ਸਰੀਰ ਚਾਦਰੇ ਦੇ ਨਾਲ ਢੱਕ ਲੈਣ ਦਿਓ, ਇਹਨਾਂ ਦੇ ਪਵਿੱਤਰ ਸਰੀਰਾਂ ਦੇ ਉੱਪਰ ਬਸਤਰ ਪਾ ਲੈਣ ਦਿਓ, ਇਹਨਾਂ ਦੇ ਅੰਤਮ ਸੰਸਕਾਰ ਕਰ ਲੈਣ ਦਿਓ। ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਦਇਆ ਸਿੰਘਾ ਦੁਨੀਆ ਦਾ ਸੁਭਾਅ ਐਸਾ, ਇਹ ਤਾਨੇ ਮਾਰਦੇ ਨੇ, ਦੁਨੀਆ ਮਿਹਣੇ ਮਾਰਨ ਤੋਂ ਕਦੇ ਟਲਦੀ ਨਹੀਂ। ਤੇ ਜੇ ਸਮਾਂ ਮਿਲ ਜਾਵੇ ਤੇ ਫਿਰ ਬਾਪ ਦਾਦੇ ਦਾ ਨਾਮ ਲੈ ਕਰਕੇ ਵੀ ਦੁਨੀਆ ਤਾਨੇ ਮਾਰਦੀ ਹੈ। ਦੁਨੀਆ ਸਾਨੂੰ ਸਭ ਤਰ੍ਹਾਂ ਦਾ ਮਿਹਣਾ ਦੇਵੇ, ਤਾਨਾ ਦੇਵੇ, ਰਣ ਦਾ ਚੋਰ ਆਖੇ, ਕੁਝ ਵੀ ਆਖੇ, ਬਰਦਾਸ਼ਤ ਕਰ ਲਵਾਂਗੇ। ਪਰ ਜੇ ਕਿਸੇ ਨੇ ਇਹ ਕਹਿ ਦਿੱਤਾ ਨਾ ਕਿ ਕਲਗੀਧਰ ਸਾਹਿਬ ਜੀ ਨੇ ਆਪਣੇ ਸਿੱਖਾਂ ਦੇ ਵਿੱਚ ਤੇ ਪੁੱਤਰਾਂ ਸਾਹਿਬਜ਼ਾਦਿਆਂ ਵਿੱਚ ਭੇਦ ਸਮਝਿਆ, ਫਰਕ ਸਮਝਿਆ, ਤੇ ਇਹ ਤਾਨਾ ਸਾਡੇ ਤੋਂ ਜਰਿਆ ਨਹੀਂ ਜਾਣਾ। ਜੇ ਤਾਂ ਚਾਦਰੇ ਪਾਉਣੇ, ਸਰੀਰ ਢੱਕਣੇ, ਖਫਣ ਪਾਉਣੇ ਤੇ ਫਿਰ ਸਾਰਿਆਂ ਤੇ ਪਾ, ਨਹੀਂ ਤੇ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਸਰੀਰਾਂ ਨੂੰ ਵੀ ਚਾਦਰਾਂ ਦੇ ਨਾਲ ਢੱਕਣ ਦੀ ਲੋੜ ਨਹੀਂ। ਇਹਨਾਂ ਦੇ ਸਰੀਰਾਂ ਦੇ ਉੱਪਰ ਖਫਣ ਪਾ ਕਰਕੇ ਇਹਨਾਂ ਦੀਆਂ ਵਡਿਆਈਆਂ ਨਾ ਕੱਜ। ਤੇ ਕਵੀ ਜੀ ਲਿਖਣਾ ਕਰਦੇ ਨੇ, ਦਇਆ ਸਿੰਘ ਕੁਝ ਵੀ ਬੋਲ ਸਕਿਆ ਨਾ, ਹੰਝੂ ਕੇਰਦਾ ਕੇਰਦਾ ਤੁਰ ਪਿਆ ਉਹ, ਸੂਰਮਤਾਈ ਦੇ ਉਸ ਪਰਮਾਤਮਾ ਦੀ ਮਾਲਾ ਫੇਰਦਾ ਫੇਰਦਾ ਤੁਰ ਪਿਆ ਉਹ। ਭਾਈ ਦਇਆ ਸਿੰਘ ਸਾਹਿਬ ਜੀ ਐਸੇ ਸਿਰਲੱਥ ਸੂਰਮੇ ਤੇ ਸਤਿਗੁਰੂ ਜੀ ਦੇ ਪਿਆਰੇ, ਅੰਮ੍ਰਿਤ ਛਕਾਇਆ ਗੁਰੂ ਪੰਥ ਰੂਪ ਹੋ ਕਰਕੇ, ਚਮਕੌਰ ਦੀ ਗੜੀ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਨੂੰ ਗੜੀ ਛੱਡਣ ਦਾ ਹੁਕਮ ਦਿੱਤਾ ਗੁਰੂ ਪੰਥ ਰੂਪ ਹੋ ਕਰਕੇ, ਚਮਕੌਰ ਦੀ ਗੜੀ ਚੋਂ ਨਾਲ ਨਿਕਲੇ। ਇਸੇ ਪ੍ਰਕਾਰ ਮਾਛੀਵਾੜਾ ਸਾਹਿਬ ਨਾਲ ਦੀਨੇ ਕਾਂਗੜ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜ਼ਫਰਨਾਮਾ ਜਿੱਤ ਦੀ ਚਿੱਠੀ ਲੈ ਕਰਕੇ ਵੀ ਆਪ ਔਰੰਗਜ਼ੇਬ ਦੇ ਕੋਲ ਗਏ। ਐਸੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੀਰ ਸਪੁੱਤਰ ਹਰ ਮੁਹਿੰਮ ਦੇ ਅੰਦਰ, ਹਰ ਜੰਗ ਦੇ ਅੰਦਰ, ਜ਼ਿੰਦਗੀ ਦੇ ਹਰ ਪੜਾਅ ਦੇ ਅੰਦਰ
ਕਲਗੀਧਰ ਸਾਹਿਬ ਜੀ ਦੇ ਸਾਥੀ ਅਤੇ ਪਿਆਰੇ ਹੋ ਕਰਕੇ ਸਾਥ ਨਿਭਾਉਣ ਵਾਲੇ ਬਾਬਾ ਦਇਆ ਸਿੰਘ ਸਾਹਿਬ ਜੀ ਦੇ ਅੱਜ ਦੇ ਜਨਮ ਦਿਨ ਦੇ ਦਿਹਾੜੇ ਤੇ, ਉਹਨਾਂ ਦੇ ਅਵਤਾਰ ਪੁਰਬ ਦੇ ਦਿਹਾੜੇ ਤੇ ਉਹਨਾਂ ਨੂੰ ਕੋਟਾਨ ਕੋਟ ਜੋਹਾਰ, ਕੋਟਾਨ ਕੋਟ ਨਮਸਕਾਰ, ਨਤਮਸਤਕ ਹੁੰਦੇ ਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗੇ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਮੂਹ ਸਾਧ ਸੰਗਤ ਨੂੰ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ, ਸਮੁੱਚੇ ਖਾਲਸਾ ਪੰਥ ਨੂੰ ਤੇ ਸਰਬਤ ਲੋਕਾਈ ਨੂੰ ਅੱਜ ਦਾ ਦਿਵਸ ਸ੍ਰੀ ਚੌਪਈ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਤੇ ਭਾਈ ਦਇਆ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ 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 ਮੁਬਾਰਕਾਂ। ਗਰੀਬ ਨਿਵਾਜ ਜੀ ਕਿਰਪਾਲਤਾ ਕਰਨ, ਸਾਨੂੰ ਗੁਰਬਾਣੀ ਦੇ ਆਸ਼ੇ ਸਿਧਾਂਤ ਦੇ ਅਨੁਸਾਰ ਤੇ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਜਿਵੇਂ ਗੁਰੂ ਚਰਨਾਂ ਦੇ ਨਾਲ ਪ੍ਰੇਮ ਨਿਭਾਇਆ, ਇਵੇਂ ਪ੍ਰੇਮ ਨਿਭਾਉਣ ਦੀ ਦਾਤ ਬਖਸ਼ ਕਰਕੇ ਕਿਰਤਾਰਥ ਕਰਨ ਜੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਗੁਰ ਸ਼ਬਦ ਦੀ ਵਿਚਾਰ ਸਰਵਣ ਕਰਕੇ ਹੋਰ ਲਾਹੇ ਪ੍ਰਾਪਤ ਕਰਨੇ ਦਾ ਯਤਨ ਕਰੀਏ। ਸਰਬਤ ਮਾਈ ਭਾਈ ਗੁਰ ਸੰਗਤ ਸਹਿਤ ਪਿਆਰ ਦੇ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੇ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰਦੇਵ ਪਿਤਾ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੀਵ ਨੂੰ ਸੁੱਖ ਕਿਵੇਂ ਪ੍ਰਾਪਤ ਹੋਣ? ਪੂਰੇ ਸਤਿਗੁਰੂ ਜੀ ਦੀ ਵਡਿਆਈ ਕੀ ਹੈ? ਸਤਿਗੁਰੂ ਜੀ ਗੁਰਸਿੱਖ ਨੂੰ ਕਿਹੜੀ ਵੱਡੀ ਭਾਰੀ ਅਮੋਲਕ ਦਾਤ ਪ੍ਰਦਾਨ ਕਰਦੇ ਨੇ ਤੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਦਾ ਜੀਵ ਨੂੰ ਫਾਇਦਾ ਕੀ ਹੁੰਦਾ ਹੈ? ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਪਰਮ ਕਿਰਪਾਲੂ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਗੁਰਸਿੱਖਾਂ ਦੇ ਸਮੂਹ ਸਵਾਲਾਂ ਦਾ ਜਵਾਬ ਦੇ ਕਰਕੇ ਤਿੰਨਾਂ ਦੇ ਸ਼ੰਕਿਆਂ ਦੀ ਨਿਵਰਤੀ ਕਰਦੇ ਹਨ ਜੀ। ਛਾੜ ਸਿਆਨਪ ਬਹੁ ਚਤੁਰਾਏ। ਹੇ ਭਾਈ, ਸਤਿਗੁਰੂ ਜੀ ਪੂਰੇ ਸਤਿਗੁਰੂ ਜੀ ਪਰਮੇਸ਼ਰ ਸਰੂਪ ਨੇ। ਜੀਵ ਨੂੰ ਚਾਹੀਦਾ ਹੈ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਸਿਆਣਪਾਂ ਤੇ ਚਤੁਰਾਈਆਂ ਨੂੰ ਛੱਡ ਕਰਕੇ ਆਵੇ। ਆਪਣਾ ਆਪ ਜਣਾ ਕੇ ਨਹੀਂ, ਚਲਾਕ ਬਣ ਕੇ ਨਹੀਂ, ਚੁਸਤ ਬਣ ਕੇ ਨਹੀਂ। ਵਾਕਾਂ ਦੀਆਂ ਚਤੁਰਾਈਆਂ ਤੇ ਬੁੱਧੀ ਦੀਆਂ ਸਿਆਣਪਾਂ ਗੁਰੂ ਘਰ ਦੇ ਵਿੱਚ ਨਹੀਂ ਚੱਲਦੀਆਂ, ਕਿਉਂਕਿ ਦੁਨਿਆਵੀ ਪੱਧਰ ਤੇ ਮਨੁੱਖ ਆਪਣੇ ਆਪ ਨੂੰ ਕਿਤਨਾ ਵੀ ਜਾਗਰੂਕ ਸਮਝਦਾ ਹੋਵੇ, ਆਪਣੇ ਆਪ ਨੂੰ ਰੌਸ਼ਨ ਦਿਮਾਗ ਸਮਝਦਾ ਹੋਵੇ, ਪਰ ਬੁੱਧੀ ਦੇ ਤਲ ਤੇ ਜਿਉਣ ਵਾਲਾ ਜਿਹੜਾ ਜੀਵ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਵਾਹਿਗੁਰੂ ਜੀ ਦੇ ਦਰ ਦੀ ਪ੍ਰਾਪਤੀ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ। ਇਸ ਕਰਕੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸਤ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ ਹੈ। ਹੇ ਭਾਈ, ਜੀਵ ਨੂੰ ਚਾਹੀਦਾ ਹੈ ਆਪਣੇ ਮਨ ਦੀਆਂ ਚਤੁਰਾਈਆਂ, ਵਾਕਾਂ ਦੀਆਂ ਚਤੁਰਾਈਆਂ ਤੇ ਬੁੱਧੀ ਦੀਆਂ ਸਾਰੀਆਂ ਹੀ ਸਿਆਣਪਾਂ ਨੂੰ ਛੱਡ ਕੇ ਗੁਰੂ ਕੀ ਨਦਰ ਵਿੱਚ ਆਵੇ। ਫਿਰ ਤੋਂ ਪੜ੍ਹ ਦਿਓ। ਛਾੜ ਸਿਆਨਪ ਬਹੁ ਚਤੁਰਾਏ। ਸੋ ਆਪਣੀਆਂ ਬੁੱਧੀ ਦੀਆਂ ਚਤੁਰਾਈਆਂ ਨੂੰ ਛੱਡ ਕਰਕੇ, ਵਾਕਾਂ ਦੀਆਂ ਚਤੁਰਾਈਆਂ ਨੂੰ ਛੱਡ ਕਰਕੇ, ਸ਼ਾਸਤਰ ਵਾਕਾਂ ਦੀਆਂ ਚਤੁਰਾਈਆਂ ਨੂੰ ਛੱਡ ਕਰਕੇ, ਇਸੇ ਪ੍ਰਕਾਰ ਮਨ ਦੀਆਂ ਸਿਆਣਪਾਂ ਨੂੰ, ਸਮਝਦਾਰੀਆਂ ਨੂੰ ਛੱਡ ਕਰਕੇ, ਕਿਉਂਕਿ ਜਿਹੜਾ ਮਨੁੱਖ ਹੈ ਬੁੱਧੀ ਦੇ ਤਲ ਤੇ ਜਿਉਣ ਕਰਕੇ ਦੁਨੀਆਦਾਰੀ ਦੇ ਵਿੱਚ ਆਪਣੇ ਆਪ ਨੂੰ ਸਮਝਦਾਰ ਪ੍ਰਗਟ ਕਰ ਸਕਦਾ ਹੈ, ਪਰ ਸਤਿਗੁਰੂ ਜੀ ਦੇ ਅੱਗੇ ਤੇ ਸਦਾ ਹੀ ਅਣਜਾਣ ਹੈ। ਹਜ਼ੂਰ ਤਾਂ ਹੀ ਸਿੱਖਿਆ ਦਿੰਦੇ ਨੇ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹੇ ਅਣਜਾਣ ਪੁਰਸ਼ਾ, ਸਤਿਗੁਰੂ ਜੀ ਦੀ ਪ੍ਰੇਮਾ ਭਗਤੀ ਵਾਲੀ ਮਤ ਨੂੰ ਲੈਣਾ ਕਰ
ਤੈਨੂੰ ਗ੍ਰੰਥਾਂ ਦਾ ਗਿਆਨ, ਕਿਤਾਬੀ ਗਿਆਨ ਦੁਨੀਆ 'ਚੋਂ ਬੜਾ ਮਿਲ ਜਾਵੇਗਾ, ਪਰ ਪ੍ਰੇਮਾ ਭਗਤੀ ਦਾ ਗਿਆਨ ਕੇਵਲ ਤਾਂ ਕੇਵਲ ਸਤਿਗੁਰੂ ਜੀ ਤੋਂ ਹੀ ਮਿਲਣਾ ਹੈ। ਇਸ ਕਰਕੇ ਇਹ ਅਣਜਾਣ ਪੁਰਸ਼ਾ, ਸਤਿਗੁਰੂ ਜੀ ਦੇ ਪਾਸੋਂ ਆ ਕਰਕੇ ਸ੍ਰੇਸ਼ਟ ਮਤ ਨੂੰ ਲੈਣਾ ਕਰ। ਪ੍ਰੇਮਾ ਭਗਤੀ ਕੀਤੇ ਤੋਂ ਬਿਨਾ ਬੜੇ ਵੱਡੇ ਵੱਡੇ ਸਿਆਣੇ ਡੁੱਬ ਗਏ ਨੇ। ਇੱਥੇ ਲੁਕਮਾਨ ਹਕੀਮ ਵਰਗੇ ਡੁੱਬ ਗਏ, ਇੱਥੇ ਫਲਾਤੂ ਵਰਗੇ ਡੁੱਬ ਗਏ, ਇੱਥੇ ਰਾਵਣ ਹਰਨਾਕਸ਼ ਵਰਗੇ ਰੁਲ ਗਏ। ਤੂੰ ਕਿਹਦਾ ਪਾਣੀ ਹਾਰ ਹੈ? ਤੇਰੀ ਸਿਆਣਪ ਤੇ ਕੁਝ ਵੀ ਨਹੀਂ। ਜਿਹੜੇ 4 ਵੇਦਾਂ ਦੇ ਜਾਣੂ ਸਨ, ਉਹਨਾਂ ਦੀ ਸਿਆਣਪ ਤੇ ਚਤੁਰਾਈ ਕਿਸੇ ਕੰਮ ਨਾ ਆਈ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ ਵੀ ਤੇ ਇਸ ਸੱਚੇ ਸਾਹਿਬ ਦੇ ਨਾਲ ਚੱਲਦੀਆਂ ਨਹੀਂ। ਇਸ ਕਰਕੇ ਮਨ ਦੀਆਂ ਚਤੁਰਾਈਆਂ ਤੇ ਵਾਕਾਂ ਦੀਆਂ ਸਿਆਣਪਾਂ ਛੱਡ ਕਰਕੇ ਸਤਿਗੁਰੂ ਜੀ ਦੀ ਨਦਰ ਦੇ ਵਿੱਚ ਆਵਣਾ ਕਰ। ਗੁਰ ਪੂਰੇ ਕੇ ਟੇਕ ਟਿਕਾਏ। ਤੇ ਪੂਰੇ ਸਤਿਗੁਰੂ ਜੀ ਦੀ ਟੇਕ, ਪੂਰੇ ਸਤਿਗੁਰੂ ਜੀ ਦਾ ਭਰੋਸਾ, ਪੂਰੇ ਸਤਿਗੁਰੂ ਜੀ ਤੇ ਨਿਸ਼ਚਾ ਆਪਣੇ ਹਿਰਦੇ ਦੇ ਅੰਦਰ ਟਿਕਾ ਲੈਣਾ ਕਰ। ਆਪਣੀ ਟੇਕ ਪੂਰੇ ਸਤਿਗੁਰੂ ਜੀ ਤੇ ਟਿਕਾ ਕਰਕੇ ਰੱਖ। ਹੋਰ ਸੰਬੰਧੀ ਦੁਨਿਆਵੀ ਬੰਦੇ, ਲੀਡਰ ਇਤਿਆਦਿਕ ਕਿਧਰੇ ਵੀ ਕੰਮ ਨਹੀਂ ਆਉਣ ਵਾਲੇ। ਡਾਕਟਰ, ਵੈਦ, ਹਕੀਮ ਵੀ ਕੰਮ ਨਹੀਂ ਆਉਣ ਵਾਲੇ। ਨਬਜਾਂ ਫੜੀਆਂ ਹੀ ਰਹਿ ਜਾਂਦੀਆਂ ਨੇ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸ ਕਰਕੇ ਕੇਵਲ ਤਾਂ ਕੇਵਲ ਸਤਿਗੁਰੂ ਜੀ ਦੀ ਟੇਕ, ਸਤਿਗੁਰੂ ਜੀ ਤੇ ਨਿਸ਼ਚਾ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕਰਕੇ ਟਿਕਾ ਕਰਕੇ ਰੱਖਣਾ ਕਰ। ਕਲਗੀਧਰ ਸਾਹਿਬ ਜੀ ਨੇ ਵੀ ਇਹੋ ਸਿੱਖਿਆ ਦਿੱਤੀ ਹੈ ਨਾ, ਜਾਗਤ ਜੋਤ ਜਪੈ ਨਿਸ ਬਾਸੁਰ। ਨਿਸ ਦਾ ਅਰਥ ਹੈ ਰਾਤ, ਬਾਸੁਰ ਦਾ ਅਰਥ ਹੈ ਦਿਨ। ਜਗਦੀ ਜੋਤ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਣਾ ਕਰੇ। ਤੇ ਜਪਣਾ ਕਿਤਨਾ ਸਮਾਂ? ਰਾਤ ਦਿਨ। ਏਕ ਬਿਨਾ ਮਨ ਨੈਕ ਨਾ ਆਨੈ। ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਦੂਸਰੇ ਦਾ ਧਿਆਨ ਵੀ ਮਨ ਦੇ ਵਿੱਚ ਲਿਆਉਣਾ ਹੀ ਨਹੀਂ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਹਿਰਦੇ ਦੇ ਅੰਦਰ ਸਤਿਗੁਰੂ ਜੀ ਦੇ ਉੱਪਰ ਹੀ ਟੇਕ ਟਿਕਾਵਣੀ ਕਰ। ਦੁਖ ਬਿਨ ਸੇ ਸੁਖ ਹਰ ਗੁਣ ਗਾਏ। ਸੋ ਗਰੀਬ ਨਿਵਾਜ ਕੀ ਪ੍ਰਾਪਤ ਹੋਵੇਗਾ? ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰੂ ਜੀ ਨਾਮ ਦੇ ਦਾਤੇ ਨੇ। ਕਿਰਪਾਲਤਾ ਕਰਕੇ ਤੈਨੂੰ ਹਰੀ ਜੀ ਦਾ ਨਾਮ ਬਖਸ਼ਣਗੇ। ਤੇ ਜਦੋਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵੇਖੇ ਆ ਕਰਕੇ ਹਰ ਗੁਣ ਗਾਈ, ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੂਪੀ ਗੁਣਾਂ ਨੂੰ ਗਾਇਨ ਕਰਨਾ ਕਰੇਗਾ, ਦੁੱਖ ਬਿਨਸੈ। ਤੇਰੇ ਸਾਰੇ ਜਿਹੜੇ ਦੁੱਖ ਨੇ ਬਿਨਸ ਜਾਣਗੇ। ਤੇਰੇ ਸਰੀਰ ਦੇ ਦੁੱਖ ਵੀ ਬਿਨਸ ਜਾਣਗੇ। ਤੇਰੇ ਮਨ ਦੇ 3 ਗੁਣ ਆਤਮਿਕ ਮਾਇਆ ਦੇ ਗੁਣ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, 3 ਗੁਣ ਮਾਇਆ ਦੇ, ਇਹ ਵੀ ਬਿਨਸ ਜਾਣਗੇ। ਤੇਰੇ ਹਿਰਦੇ ਨੂੰ ਲੱਗੇ ਹੋਏ ਵਿਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਵੀ ਬਿਨਸ ਜਾਣਗੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਬਿਨਸ ਜਾਣਗੇ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਕਾਮ ਕ੍ਰੋਧ ਤੈਨੂੰ ਮੋਹੇਗਾ ਨਹੀਂ, ਅਤੇ ਲੋਭ ਰੂਪੀ ਸਵਾਨ ਜਿਹੜਾ ਕੁੱਤਾ ਉਹ ਵੀ ਬਿਨਸ ਜਾਵੇਗਾ। ਇਸ ਪ੍ਰਕਾਰ ਦੁੱਖ ਬਿਨਸੇ, ਤੇਰੇ ਸਾਰੇ ਦੁੱਖ ਬਿਨਸ ਜਾਣਗੇ। ਭਾਈ ਤੇਰੇ ਜੰਮਣ ਮਰਨ ਦੇ ਦੁੱਖ ਬਿਨਸ ਜਾਣਗੇ। ਮਾਤਾ ਦੀ ਗਰਭ ਅਗਨੀ ਦੇ ਵਿੱਚ ਤੈਨੂੰ ਪੈਣਾ ਹੀ ਨਹੀਂ ਪਵੇਗਾ, ਉਹ ਵੀ ਤੇਰੇ ਦੁੱਖ ਬਿਨਸ ਜਾਣਗੇ। ਸਤਿਗੁਰੂ ਜੀ ਕਿਰਪਾਲਤਾ ਹੀ ਐਸੀ ਕਰ ਦਿੰਦੇ ਨੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਆਪਣਾ ਬਿਰਦ ਜਾਣ ਕਰਕੇ ਸੰਭਾਲ ਕਰਨਾ ਕਰਦੇ ਨੇ ਆਪਣੇ ਜੀਵ ਗੁਰਸਿੱਖ ਦੀ। ਔਖੀ ਘੜੀ ਨਾ ਦੇਖਣ ਦੇਈ, ਤੇ ਆਪਣੇ ਪਿਆਰਿਆਂ ਨੂੰ ਸਾਹਿਬ ਜੀ ਨੇ ਔਖੀ ਘੜੀ ਵੇਖਣ ਹੀ ਨਹੀਂ ਦਿੱਤੀ। ਆਮ ਕਰਕੇ ਭਾਵੇਂ ਕਈ ਵਾਰ ਸਧਾਰਨ ਜਨ ਜਗਿਆਸੂ ਪਾਠ ਕਰਦੇ ਨੇ, ਔਖੀ ਘੜੀ ਨਾ ਦੇਖਣ ਦੇਈ, ਪਰ ਸਾਧ ਸੰਗਤ ਜੀ ਇੱਥੇ ਪਾਠ ਦੇਈ ਨਹੀਂ ਹੈ, ਬਿੰਦੀ ਨਹੀਂ ਲੱਗੀ ਹੋਈ। ਔਖੀ ਘੜੀ ਨਾ ਦੇਖਣ ਦੇਈ। ਵਾਹਿਗੁਰੂ ਜੀ, ਤੁਸੀਂ ਆਪਣੇ ਪਿਆਰਿਆਂ ਨੂੰ ਔਖੀ ਘੜੀ ਵੇਖਣ ਹੀ ਨਹੀਂ ਦਿੱਤੀ। ਇਸ ਪ੍ਰਕਾਰ ਦੁੱਖਾਂ ਚੋਂ ਕੱਢ ਦਿਆ, ਵਿਪਤਾ ਉਹਨਾਂ ਤੇ ਪੈਣ ਹੀ ਨਹੀਂ ਦਿੱਤੀ, ਸੰਕਟ ਉਹਨਾਂ ਨੂੰ ਝੱਲਣ ਹੀ ਨਹੀਂ ਦਿੱਤਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ ਪੂਰੇ ਸਤਿਗੁਰੂ ਜੀ ਦੀ ਚਰਨਾਂ ਦੀ ਸ਼ਰਨ ਵਿਖੇ ਪੈ ਕਰਕੇ ਜਗਿਆਸੂ ਜੀਵ ਨਾਮ ਨੂੰ ਜਪਦਾ ਹੈ, ਫਿਰ ਉਸਦੇ ਸਾਰੇ ਜਿਹੜੇ ਦੁੱਖ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਨਾਮ ਦੀ ਬਰਕਤ ਦੇ ਨਾਲ ਬਿਨਸ ਜਾਂਦੇ ਹਨ। ਗੁਰ ਪੂਰਾ ਭੇਟਿਆ ਲਿਵ ਲਾਏ। ਸੋ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਜੀ ਮਿਲਿਆ ਹੈ ਨਾ, ਉਹਨਾਂ ਨੇ ਨਾਮ ਦੇ ਅੰਦਰ ਲਿਵ ਲਾਈ ਹੈ।
ਅੱਜ ਸੰਗਤ ਦਾ ਬਹੁਤਾਤ ਦੇ ਵਿੱਚ ਸਵਾਲ ਹੁੰਦਾ ਜੀ, ਮਨ ਨਹੀਂ ਜੁੜਦਾ, ਸਿਮਰਨ ਕਰਦੇ ਆ ਧਿਆਨ ਨਹੀਂ ਜੁੜਦਾ। ਤੇ ਸਾਧ ਸੰਗਤ ਜੀ, ਗੁਰਬਾਣੀ ਹੀ ਇਸ ਗੱਲ ਦਾ ਸਾਨੂੰ ਗਿਆਨ ਦਿੰਦੀ ਏ, ਸਾਡਾ ਧਿਆਨ ਤਾਂ ਨਹੀਂ ਜੁੜਦਾ, ਅਸੀਂ ਸਤਿਗੁਰੂ ਜੀ ਦੇ ਬਚਨਾਂ ਤੇ ਪੂਰੇ ਨਹੀਂ, ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਉਂਦੇ ਨਹੀਂ। ਜੋ ਉਪਦੇਸ਼ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਅੰਮ੍ਰਿਤ ਗੁਰਬਾਣੀ ਦੇ ਅੰਦਰ ਬਖਸ਼ੇ ਨੇ ਨਾ, ਉਹਨਾਂ ਬਚਨਾਂ ਦੀ ਕਮਾਈ ਕਰਨਾ ਕਰੀਏ, ਹਿਰਦੇ ਦੇ ਅੰਦਰ ਗੁਰੂ ਕੇ ਬਚਨਾਂ ਨੂੰ ਟਿਕਾ ਕਰਕੇ ਸ਼ਰਵਣ ਮੰਨਣ ਨਿਧਿਆਸਣ ਦੇ ਵਿੱਚ ਪੂਰੇ ਹੋਣਾ ਕਰੀਏ। ਜੋ ਸ਼ਰਵਣ ਕਰਦੇ ਆ ਉਸ ਨੂੰ ਮੰਨ ਲਈਏ, ਜੋ ਮੰਨਦੇ ਹਾਂ ਉਸ ਨੂੰ ਕਮਾ ਲਈਏ, ਤੇ ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਵ ਲੱਗਦੀ ਏ, ਨਾਮ ਰੂਪੀ ਚਰਨਾਂ ਦੇ ਵਿੱਚ ਲਿਵ ਲੱਗਦੀ ਏ। ਪੰਕਤੀ ਫਿਰ ਪੜ੍ਹ ਦਿਓ। ਗੁਰਪੂਰਾ ਭੇਟਿਆ ਲਿਵ ਲਾਏ। ਜਿਨ੍ਹਾਂ ਨੂੰ ਪੂਰਾ ਸਤਿਗੁਰੂ ਜੀ ਮਿਲਿਆ ਹੈ, ਪੂਰੇ ਸਤਿਗੁਰੂ ਜੀ ਨਾਮ ਦੇ ਦਾਤੇ ਨੇ ਕਿਰਪਾਲਤਾ ਕਰਕੇ ਨਾਮ ਦੀ ਦਾਤ ਬਖਸ਼ੀ ਹੈ, ਤੇ ਸਤਿਗੁਰੂ ਜੀ ਨੇ ਨਾਮ ਦਾ ਸਿਮਰਨ ਬਖਸ਼ਿਆ, ਤੇ ਜਗਿਆਸੂ ਜਨਾਂ ਅਥਵਾ ਗੁਰਸਿੱਖਾਂ ਨੇ ਉਸ ਨਾਮ ਦੇ ਅੰਦਰ ਸਤਿਗੁਰੂ ਜੀ ਦੇ ਬਚਨਾਂ ਦੇ ਦੁਆਰਾ, ਬਖਸ਼ਿਸ਼ ਦੇ ਦੁਆਰਾ, ਰਹਿਮਤ ਦੇ ਦੁਆਰਾ ਆਪਣੇ ਮਨ ਦੀ ਲਿਵ ਲਾਈ ਹੈ, ਸੁਰਤ ਨੂੰ ਜੋੜਿਆ ਹੈ। ਤੇ ਨਾਮ ਦੇ ਵਿੱਚ ਸੁਰਤ ਜੋੜਨ ਦੇ ਨਾਲ ਤਿੰਨਾਂ ਦੇ ਸਾਰੇ ਦੁੱਖ ਬਿਨਸੇ, ਸਾਰੇ ਦੁੱਖਾਂ ਦਾ ਭਾਵ ਹੋਇਆ ਹੈ। ਨਾਮ ਦੇ ਵਿੱਚ ਸੁਰਤ ਜੋੜਨ ਦੇ ਨਾਲ ਸਾਰੇ ਦੁੱਖ ਦਲਿੱਦਰ ਜਨ ਤਿੰਨਾਂ ਦੇ ਭਰਮ ਪਾਉ ਨਾਸ਼ ਹੋ ਗਏ, ਟੁੱਟ ਗਏ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਨ ਕਰਦੇ ਹਨ ਜੀ, ਹਰ ਕਾ ਨਾਮ ਦਿਓ ਗੁਰ ਮੰਤਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਿਆਸੂ ਦੇ ਉੱਪਰ ਏਡੀ ਵੱਡੀ ਭਾਰੀ ਬਖਸ਼ਿਸ਼ ਕਰਦੇ ਨੇ। ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਗੁਰ ਮੰਤਰ ਰੂਪ ਦੇ ਵਿੱਚ ਸਤਿਗੁਰੂ ਜੀ ਬਖਸ਼ਦੇ ਨੇ। ਸਤਿਗੁਰ ਪੂਰੈ ਨਾਮ ਦੀਆ, ਅਨੰਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਥੀਆ। ਤੇ ਸਤਿਗੁਰੂ ਜੀ ਨੇ ਗੁਰ ਮੰਤਰ ਬਖਸ਼ਿਆ। ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਜਿਸ ਨੂੰ ਜਪਣ ਦੇ ਨਾਲ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਸਾਧ ਸੰਗਤ ਜੀ, ਬਾਕੀ ਦੇ ਹੱਠ ਜੋਗ ਇਤਿਆਦਿਕ ਜਿਹੜੇ ਸਾਧਨ ਨੇ ਨਾ, ਉਹ ਸਾਧਨ ਕਰਨ ਦੇ ਨਾਲ ਮਨ ਦੇ ਵਿੱਚ ਹੰਗਤਾ ਆ ਜਾਂਦੀ ਹੈ, ਪਰ ਸਤਿਗੁਰੂ ਜੀ ਨੇ ਕਿੱਡਾ ਸੌਖਾ ਸਾਧਨ ਬਖਸ਼ਿਆ। ਬਸ ਵਾਹਿਗੁਰੂ 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 ਜਪੀ ਜਾਓ, ਹਉਮੈ ਨਾਸ਼ ਹੋ ਜਾਂਦੀ ਹੈ। ਘਰ-ਬਾਰ ਛੱਡਣ ਦੀ ਲੋੜ ਨਹੀਂ, ਖਾਣਾ ਪੀਣਾ ਛੱਡਣ ਦੀ ਲੋੜ ਨਹੀਂ, ਭੋਜਨ ਛੱਡਣ ਦੀ ਲੋੜ ਨਹੀਂ। ਹਜ਼ੂਰ ਤਾਂ ਫਰਮਾਉਂਦੇ ਨੇ, ਜਪੀਐ ਨਾਮ ਅੰਨ ਕੈ ਸਾਧ। ਸਤਿਗੁਰੂ ਜੀ ਨੇ 36 ਪ੍ਰਕਾਰ ਦੇ ਭੋਜਨ 6 ਰਸਾਂ ਵਾਲੇ ਬਖਸ਼ੇ ਨੇ। ਧਰਮ ਦੀ ਕਿਰਤ ਕਰਕੇ, ਦਸਵੰਧ ਗਰੀਬਾਂ ਗੁਰਬਿਆਂ ਗੁਰੂ ਕੇ ਲੰਗਰਾਂ ਵਾਸਤੇ ਕੱਢ ਕਰਕੇ, ਧਰਮ ਦੀ ਕਿਰਤ ਚੋਂ ਹੱਕ ਸੱਚ ਦੀ ਕਮਾਈ ਖਾਣਾ ਕਰੋ, ਤੇ ਆਨੰਦ ਦੇ ਨਾਲ ਨਾਮ ਜਪੋ, ਘਰ ਪਰਿਵਾਰ ਦੇ ਅੰਦਰ ਰਹਿੰਦਿਆਂ ਹੋਇਆਂ ਹੀ। ਤੇ ਸਾਧ ਸੰਗਤ ਜੀ, ਅੱਜ ਕੱਲ ਬੜੀ ਕਿੰਤੂ ਪਰੰਤੂ ਕੀਤੀ ਜਾਂਦੀ ਜੀ, ਇਹ ਤੇ ਤੋਤਾ ਰਟਨ ਹੈ। ਭਾਈ ਮਨੀ ਸਿੰਘ ਸਾਹਿਬ ਜੀ ਸ਼ਹੀਦ ਕਲਗੀਧਰ ਸਾਹਿਬ ਜੀ ਦੇ ਬਚਨਾਂ ਨੂੰ ਉਹਨਾਂ ਨੇ ਲਿਖਣਾ ਕੀਤਾ, ਤੇ ਇੱਕ ਗ੍ਰੰਥ ਬਣਿਆ ਸ਼ਰਧਾ ਪੂਰਨ, ਅਰਥਾਤ ਭਾਈ ਮਨੀ ਸਿੰਘ ਵਾਲਾ ਸ਼ਬਦ ਗੁਰ ਸਿੱਧੀ। ਤੇ ਵੱਖ-ਵੱਖ ਕਾਰਜਾਂ ਦੇ ਵਾਸਤੇ ਗੁਰ ਸ਼ਬਦਾਂ ਦਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਉਲੇਖ ਕਰਨਾ ਕੀਤਾ ਹੈ ਕਿ ਜਿਹੋ ਜਿਹਾ ਕਾਰਜ ਹੋਵੇ ਉਹੋ ਜਿਹਾ ਸ਼ਬਦ ਪੜ੍ਹ ਲੈਣਾ। ਕਲਗੀਧਰ ਸਾਹਿਬ ਜੀ ਦਾ ਬਚਨ ਕਾਰਜ ਸਫਲ ਹੋ ਜਾਂਦੇ ਨੇ। ਤੇ ਅੱਜ ਕੱਲ੍ਹ ਤੇ ਮੂਲ ਮੰਤਰ ਪੜ੍ਹਨ ਨੂੰ, ਗੁਰ ਮੰਤਰ ਪੜ੍ਹਨ ਨੂੰ ਤਰਕਵਾਦੀ ਲੋਕ ਤਰਕ ਕਰਦੇ ਨੇ ਜੀ। ਇਹ ਜਿਹੜੇ ਸਾਧੂ ਨੇ, ਸੰਤ ਮਹਾਤਮਾ ਨੇ, ਇਹ ਮੰਤਰਾਂ ਵਾਂਗੂ ਗੁਰਬਾਣੀ ਪੜ੍ਹਦੇ ਨੇ। ਤੇ ਕਿਸੇ ਤਰਕਵਾਦੀ ਨੇ ਸਵਾਲ ਕੀਤਾ, ਕਹਿੰਦਾ ਜੀ ਤੁਸੀਂ ਮੰਤਰਾਂ ਵਾਂਗੂ ਗੁਰਬਾਣੀ ਪੜ੍ਹਦੇ ਹੋ। ਤੇ ਦਾਸ ਨੇ ਉਸ ਨੂੰ ਪੁੱਛਿਆ, ਮੰਤਰਾਂ ਵਾਂਗੂ ਤਾਂ ਕਿਉਂ, ਕੀ ਭਾਵ ਹੈ ਤੇਰਾ, ਕਹਿਣ ਦਾ ਭਾਵ ਕੀ, ਮਤਲਬ ਕੀ ਹੈ? ਕਹਿੰਦਾ ਜੀ ਜਿਵੇਂ ਪੰਡਤ ਮੰਤਰ ਪੜ੍ਹਦੇ ਨੇ, ਤੁਸੀਂ ਉਵੇਂ ਗੁਰਬਾਣੀ ਪੜ੍ਹਦੇ ਹੋ, ਮੰਤਰਾਂ ਵਾਂਗੂ ਪੜ੍ਹਦੇ ਹੋ। ਤੇ ਉਸ ਨੂੰ ਆਖਿਆ, ਭੋਲਿਆ ਸਮਝ ਤੋਂ ਕੰਮ ਲੈ, ਗੁਰਬਾਣੀ ਮੰਤਰਾਂ ਵਾਂਗੂ ਨਹੀਂ ਹੈ, ਹੀ ਮੰਤਰ ਹੈ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਇਹ ਤੇ ਮੰਤਰਾਂ ਸਿਰ ਸ਼੍ਰੋਮਣੀ ਮੰਤਰ ਹੈ। ਕਹਿੰਦਾ ਜੀ ਕਿਵੇਂ? ਵਾਹਿਗੁਰੂ ਗੁਰ ਮੰਤਰ ਹੈ, ਗੁਰ ਮੰਤਰ ਹੈ ਨਾ, ਮੂਲ ਮੰਤਰ ਹੈ, ਮਹਾ ਮੰਤਰ ਹੈ, ਬੀਜ ਮੰਤਰ ਹੈ, ਮਾਲਾ ਮੰਤਰ ਹੈ। ਸਤਿਗੁਰੂ ਜੀ ਨੇ ਤੇ ਸਾਨੂੰ ਇੱਕ ਦੀ ਬਜਾਏ ਵੀ 5-5 ਮੰਤਰ ਦਿੱਤੇ ਨੇ। ਤੇ ਜਦੋਂ ਬਖਸ਼ੇ ਹੀ ਮੰਤਰ ਨੇ ਤੇ ਫਿਰ ਮੰਤਰ ਹੀ ਪੜ੍ਹੇ ਜਾਣਗੇ ਨਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਬੀਜ ਮੰਤਰ ਹੈ। ਬੀਜ ਮੰਤਰ ਸਰਬ ਕੋ ਗਿਆਨ। ਇੱਕ ਓੰਕਾਰ ਤੋਂ ਗੁਰ ਪ੍ਰਸਾਦ ਤੱਕ ਮਹਾ ਮੰਤਰ ਹੈ। ਇੱਕ ਓੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ। ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਮਾਲਾ ਮੰਤਰ ਹੈ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੀਆਂ ਭਾਰੀਆਂ ਬਖਸ਼ਿਸ਼ਾਂ ਕੀਤੀਆਂ ਨੇ, ਜੋ ਕਿਰਪਾਲਤਾ ਕਰਕੇ ਆਪਣੇ ਗੁਰਸਿੱਖਾਂ ਨੂੰ, ਸਾਨੂੰ ਸਾਰਿਆਂ ਖਾਲਸਾ ਪੰਥ ਸਰਬਤ ਲੋਕਾਈ ਨੂੰ ਗੁਰ ਮੰਤਰ, ਮੂਲ ਮੰਤਰ ਰੂਪ ਦੇ ਵਿੱਚ ਆਪਣਾ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਸਤੇ ਬਖਸ਼ ਦੇਣਾ ਕੀਤਾ ਹੈ। ਮਿਟੇ ਵਿਸੂਰੇ ਉਤਰੇ ਚੰਤ। ਤੇ ਜਿਹੜੇ ਸਤਿਗੁਰੂ ਜੀ ਦੇ ਪਾਸੋਂ ਨਾਮ ਮੰਤਰ ਨੂੰ, ਮੂਲ ਮੰਤਰ, ਗੁਰ ਮੰਤਰ, ਮਾਲਾ ਮੰਤਰ ਨੂੰ ਲੈ ਕਰਕੇ ਜਪਦੇ ਨੇ ਨਾ, ਮਿਟੇ ਵਿਸੂਰੇ, ਉਹਨਾਂ ਦੇ ਹਿਰਦੇ ਦੇ ਸਾਰੇ ਝੋਰੇ ਉਤਰ ਜਾਂਦੇ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੇ ਸਾਰੀਆਂ ਚਿੰਤਾਵਾਂ ਤੇ ਇਹਨਾਂ ਦੇ ਹਿਰਦੇ ਦੀਆਂ ਮਿਟ ਜਾਂਦੀਆਂ ਨੇ। ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਰਹਿ ਜਾਂਦੀ, ਕੋਈ ਝੋਰਾ ਨਹੀਂ ਰਹਿ ਜਾਂਦਾ ਹਿਰਦੇ ਦੇ ਅੰਦਰ, ਕੋਈ ਵਿਜੋਗ ਨਹੀਂ ਰਹਿ ਜਾਂਦਾ, ਕੋਈ ਦੁੱਖ ਰੋਗ ਜਨ ਸੰਤਾਪ ਨਹੀਂ ਰਹਿ ਜਾਂਦਾ। ਆਨੰਦ ਭਏ ਗੁਰ ਮਿਲਤ ਕਿਰਪਾਲ। ਸੋ ਗਰੀਬ ਨਿਵਾਜ ਸਾਹਿਬ ਜੀ, ਸਤਿਗੁਰੂ ਜੀ ਦੇ ਮਿਲਾਪ ਦਾ ਹੋਲ ਕੀ ਫਲ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਹਨ, ਫਿਰ ਪੜ੍ਹ ਦੋ। ਆਨੰਦ ਭਏ ਗੁਰ ਮਿਲਤ ਕਿਰਪਾਲ। ਜਿਸ ਵੇਲੇ ਕਿਰਪਾਲੂ ਸਤਿਗੁਰੂ ਜੀ ਮਿਲਦੇ ਨੇ ਨਾ ਜੀਵ ਨੂੰ, ਤੇ ਜਿਹੜੇ ਜੀਵ ਨੇ ਫਿਰ ਅਨੰਦ ਭਏ, ਅਨ ਰਹਿਤ, ਦਵੈਤ ਤੋਂ, ਜੀਵ ਜਿਹੜੇ ਨੇ ਫਿਰ ਦਵੈਤ ਭਾਵਨਾ ਤੋਂ ਰਹਿਤ ਹੋ ਜਾਂਦੇ ਨੇ। ਕਿਰਪਾਲੂ ਸਤਿਗੁਰੂ ਜੀ ਨੂੰ ਮਿਲ ਕੇ ਹਿਰਦੇ ਦੇ ਅੰਦਰੋਂ ਦੂਈ ਦਵੈਤ ਦੀ ਭਾਵਨਾ ਹੀ ਖਤਮ ਹੋ ਜਾਂਦੀ ਹੈ। ਇਸੇ ਪ੍ਰਕਾਰ ਆਨੰਦ ਸਰੂਪ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾਲੂ ਜਦੋਂ ਮਿਲਦੇ ਨੇ, ਨਾਮ ਦੇ ਦਾਤੇ, ਨਾਮ ਜਪਾਉਂਦੇ ਨੇ ਤੇ ਅਦਵੈਤ ਰੂਪ ਹਿਰਦਾ ਹੋ ਜਾਂਦਾ ਹੈ। ਹਿਰਦੇ ਦੀ ਅਵਸਥਾ ਆਨੰਦ ਸਰੂਪ ਹੋ ਜਾਂਦੀ ਹੈ। ਆਨੰਦ ਸਰੂਪ ਪਰਮੇਸ਼ਰ ਜੀ ਦਾ ਮਿਲਾਪ ਹੋ ਜਾਂਦਾ ਹੈ। ਇਸ ਪ੍ਰਕਾਰ ਆਨੰਦ ਅਵਸਥਾ ਦੇ ਵਿੱਚ ਹੀ ਗੁਰਸਿੱਖ ਮਗਨ ਹੋ ਜਾਂਦੇ, ਸਤਿਗੁਰੂ ਜੀ ਦੀ ਕਿਰਪਾਲਤਾ, ਦਇਆਲਤਾ ਪ੍ਰਾਪਤ ਕਰਕੇ। ਕਰ ਕਿਰਪਾ ਕਾਟੇ ਜਮ ਜਾਲ। ਤੇ ਫਿਰ ਕਿਰਪਾਲੂ ਸਤਿਗੁਰੂ ਜੀ ਐਸੀ ਕਿਰਪਾ ਦ੍ਰਿਸ਼ਟੀ ਕਰਦੇ ਨੇ, ਜੀਵਾਂ ਦੇ ਉੱਪਰ ਕਿਰਪਾਲਤਾ ਕਰਕੇ ਜਮਾਂ ਦਾ ਜਾਲ ਹੀ ਕੱਟ ਦਿੰਦੇ ਨੇ, ਜਮਾਂ ਦੀ ਫਾਹੀ ਕੱਟ ਦਿੰਦੇ ਨੇ। ਨਰਕਾਂ ਦੇ ਦੁੱਖ ਵਿੱਚ ਪੈਣ ਹੀ ਨਹੀਂ ਦਿੰਦੇ, ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਉਣ ਦਿੰਦੇ। ਕਹੋ ਨਾਨਕ ਗੁਰ ਪੂਰਾ ਪਾਇਆ। ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਪਾਇਆ, ਪ੍ਰਾਪਤ ਕੀਤਾ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਜਿਨ੍ਹਾਂ ਦੇ ਉੱਪਰ ਕਿਰਪਾ ਹੋਈ, ਤਿਨਾਂ ਨੂੰ ਪੂਰਾ ਗੁਰੂ ਜੀ ਮਿਲਿਆ ਹੈ। ਤੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦਾ ਮਿਲਾਪ ਹੋਇਆ ਹੈ, ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਉਹਨਾਂ ਨੂੰ ਬਹੁਰੋਂ ਕਦੇ ਵੀ ਮਾਇਆ ਨਹੀਂ ਵਿਆਪਦੀ। ਜੰਮਣ ਮਰਨ ਦਾ ਮੂਲ ਮਾਇਆ ਏ, ਵਿਕਾਰ ਮਾਇਆ ਤੋਂ ਉਪਜਦੇ ਨੇ। ਇਸੇ ਪ੍ਰਕਾਰ ਹਿਰਦੇ ਨੂੰ ਜਿਤਨੇ ਬੰਧਨ ਉਹ ਮਾਇਆ ਤੋਂ ਪੈਂਦੇ ਨੇ। ਪਹਿਲਾਂ ਵੀ ਬੇਨਤੀ ਕੀਤੀ, ਤ੍ਰੈ ਗੁਣ ਆਤਮਿਕ ਮਾਇਆ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਤੇ ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਨੇ ਨਾ, ਕਿਰਪਾਲਤਾ ਕਰਕੇ ਮਾਇਆ ਦੇ ਜੰਜਾਲ ਹੀ ਕੱਟ ਦਿੰਦੇ ਨੇ। ਜੜ ਮਾਇਆ ਦੇ ਬੰਧਨ, ਚੇਤਨ ਮਾਇਆ ਦੇ ਬੰਧਨ, ਤ੍ਰੈ ਗੁਣ ਆਤਮਿਕ ਮਾਇਆ ਦੇ ਬੰਧਨ, ਸਾਰੇ ਬੰਧਨ ਕੱਟ ਦਿੰਦੇ ਨੇ। ਵਿਕਾਰਾਂ ਦੇ ਬੰਧਨ, ਜੰਮਣ ਮਰਨ ਦੇ ਬੰਧਨ, ਦੁੱਖਾਂ ਦੇ ਬੰਧਨ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਬੰਧਨ, ਸਾਰੇ ਬੰਧਨ ਕੱਟ ਦਿੰਦੇ ਨੇ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਗੁਰੂ ਰੂਪ ਦੇ ਅੰਦਰ ਪ੍ਰਾਪਤ ਕੀਤਾ ਹੈ, ਬੌੜੋ ਤੇ ਇਹਨਾਂ ਨੂੰ ਮਾਇਆ ਵਿਆਪਦੀ ਨਹੀਂ। ਜਿਨ੍ਹਾਂ ਨੂੰ ਮਾਇਆ ਨਹੀਂ ਵਿਆਪਦੀ, ਉਹ ਫਿਰ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ। ਅਦਵੈਤ ਸਰੂਪ, ਆਨੰਦ ਸਰੂਪ ਪ੍ਰਮਾਤਮਾ ਜੀ ਦੀ ਅਭੇਦਤਾ ਪ੍ਰਾਪਤ ਕਰਕੇ ਸਦੀਵ ਕਾਲ ਦਾ ਆਤਮ ਸੁਖ ਹੀ ਮਾਣਦੇ ਨੇ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਜਗਿਆਸੂ ਜਨਾਂ ਦੀ ਬੇਨਤੀ ਕਰਨੇ ਤੇ ਅੰਮ੍ਰਿਤ ਗੁਰਬਾਣੀ ਦੁਆਰਾ ਪ੍ਰਵਚਨ ਫਰਮਾ ਕਰਕੇ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਤਖਤਾਂ ਤੇ ਸੁਭਾਏਮਾਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਗਰੀਬ ਨਿਵਾਜ ਜੀ ਕਿਰਪਾਲਤਾ ਕਰਕੇ ਬਖਸ਼ ਲਵੋ। ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲਵੋ। ਅੱਗੇ ਤੋਂ ਸਮਤ ਬਖਸ਼ਣੀ। ਬਾਬਾ ਦਇਆ ਸਿੰਘ ਸਾਹਿਬ ਜੀ ਦੀਆਂ ਵਡਿਆਈਆਂ, ਚੌਪਈ ਸਾਹਿਬ ਜੀ ਦੀ ਮਹਾਨਤਾ, ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ, ਜਿਸ ਦੇ ਨਾਲ ਸਾਡੀਆਂ ਗੁਰਚਰਨਾਂ ਵਿਖੇ ਹਾਜ਼ਰੀਆਂ ਪ੍ਰਵਾਨ ਅਤੇ ਸ਼ੋਭਨੀਕ ਹੋ ਜਾਣ। ਗਰੀਬ ਨਿਵਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਵਡਭਾਗੇ ਬਣੀਏ। ਕਹੋ ਨਾਨਕ ਗੁਰ ਪੂਰਾ ਪਾਇਆ, ਤਾਂ ਤੇ ਬਹੁਰ ਨਾ ਵਿਆਪੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੀ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰਿ ਹੈ ਪੀ ਹੋਵਨਹਾਰ। ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਈ। ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੈ ਪਾਰ। ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਾਜ ਕੇ ਜੈਕਾਰਾ ਗਜਾਵੇ ਸੋ ਨਿਹਾਲ। ਹੋਵੇ ਸਤਿ ਸ਼੍ਰੀ ਅਕਾਲ ਗੁਰਬਾਰ ਅਕਾਲ। ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੇ ਚੜ੍ਹਦੇ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦੇ ਚਰਨਾਂ ਵਿਖੇ ਬੇਨਤੀ ਹੈ ਜੀ। ਸ੍ਰੀਮਾਨ ਸੁਪਰਡੈਂਟ ਸਾਹਿਬ ਜੀ ਵੱਲੋਂ ਗੁਰਦੁਆਰਾ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਨੰਦੇੜ ਸਾਹਿਬ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਦਇਆ ਸਿੰਘ ਸਾਹਿਬ ਜੀ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਦਾ ਜਨਮ ਦਿਹਾੜਾ 26/8/2020 ਨੂੰ ਵੱਡੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਤਖਤ ਸਾਹਿਬ ਤੇ ਮਿਤੀ 25/8/20 ਅਤੇ 26/8/20 ਤੋਂ ਦੀਨ ਅੱਛਾ ਠੀਕ ਹੈ ਹਾਂਜੀ ਅੱਜ 26/8 ਅੱਜ ਦਾ ਦਿਨ ਬੁੱਧਵਾਰ 11 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਭਾਈ ਦਇਆ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਵੇਗਾ। ਦੁਪਹਿਰ 12 ਵਜੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਤੁੱਟ ਲੰਗਰ ਵਰਤੇਗਾ ਜੀ। ਸਮੂਹ ਸਾਧ ਸੰਗਤ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲੰਗਰ ਛਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।